इस मौके के उत्ते जो पंजाब के उत्ते विपता आण पई आ, हाँ जी, उदों 2.5 किलो के हत्थ वाले सन्नी देओल नूं ਜਿਹੜਾ ਤਾਰਾ ਸਿੰਘ ਬਣ ਕੇ ਨਲਕਾ ਵੀ ਪਟਦਾ ਉਹ ਸਨੀ ਦਿਓਲ ਨੂੰ ਪੰਜਾਬ ਦੇ ਵਿੱਚ ਆ ਕੇ ਗੁਰਦਾਸਪੁਰ ਦੇ ਲੋਕਾਂ ਨਾਲ ਖੜਨਾ ਚਾਹੀਦਾ ਸੀ। ਫਿਰ ਸਨੀ ਬਾਈ ਨੂੰ ਵੀ ਇਹ ਮੈਂ ਮੰਨਦਾ ਚਾਹੀਦਾ ਇਹ ਸੀ ਆਪਦੇ ਲੋਕਾਂ ਨਾਲ ਆਪਦੀ ਧਰਤੀ ਨਾਲ ਖੜਨ ਜਾਂ ਵਫਾਦਾਰੀ ਨਿਭਾਉਣ। ਹੁਣ ਉਹ ਇਹ ਤਾਂ ਪਰਸਨਲ ਗੱਲ ਹੋ ਗਈ ਨਾ, ਉਹਨਾਂ ਦੀ ਕਿਉਂ ਨਹੀਂ ਕੀਤਾ। ਤੇ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਵੇਲੇ ਸਨੀ ਦਿਓਲ ਹੋਰਾਂ ਨੇ ਕਦਮ ਚੁੱਕਿਆ ਹੈ ਇਹਦੇ ਦੂਰ ਰੱਸੀ ਸਿੱਟੇ ਉਹਨਾਂ ਦੇ ਲਈ ਵੀ ਮਾੜੇ ਸਾਬਤ ਹੋ ਸਕਦੇ ਨੇ? ਨਹੀਂ ਜੀ, ਇਸ ਗੱਲ ਤੇ ਦੇਖੋ ਹੁਣ ਸਿੱਟੇ ਮਾੜੇ ਚੰਗਿਆਂ ਬਾਰੇ ਮੈਨੂੰ ਨਹੀਂ ਪਤਾ। ਇਹੋ ਜੀ ਕਿਹੜੀ ਦੂਰੀ ਬਣੀ ਜਿਹਦੇ ਕਰਕੇ ਇਹ ਅੰਦੋਲਨ ਆ ਜਿਹੜਾ ਤਿੜਕਣਾ ਸ਼ੁਰੂ ਹੋ ਗਿਆ, ਜਿਹੜਾ ਕਲਾਕਾਰਾਂ ਦੇ ਸਹਿਯੋਗ ਦੇ ਨਾਲ ਅੱਗੇ ਵਧ ਰਿਹਾ ਸੀ? ਕਿਸਾਨਾਂ ਦਾ, ਲੋਕਾਂ ਦਾ ਅੰਦੋਲਨ ਆ, ਕਲਾਕਾਰਾਂ ਦਾ ਅੰਦੋਲਨ ਨਹੀਂ। ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਦੇ ਸੰਸਦ ਮੈਂਬਰ, ਹਾਂਜੀ ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਉੱਤੇ ਦੋਸ਼ ਲਾਇਆ। ਹਾਂਜੀ, ਉਹ ਕਹਿੰਦੇ ਵੀ ਸ਼ੰਭੂ ਵਾਲੇ ਮੋਰਚੇ ਦੇ ਵਿੱਚ ਤਾਂ ਖਾਲਿਸਤਾਨ ਦੇ ਨਾਅਰੇ ਲੱਗਦੇ ਆ। ਸਾਡੀ ਲੜਾਈ ਆ ਦਿੱਲੀ ਨਾਲ। ਦਿੱਲੀ ਤੋਂ ਕੋਈ ਕਹਿ ਕੇ ਦਿਖਾਵੇ ਮੈਨੂੰ ਕੁਛ, ਦੇਖੋ ਫਿਰ ਕਿਵੇਂ ਮੈਂ ਉਹਦੇ ਕੱਪੜੇ ਲਾਉਣਾ। ਰਵਨੀਤ ਬਿੱਟੂ ਹੋਰੀ ਤੁਹਾਡੇ ਖਿਲਾਫ ਬੋਲੀ ਜਾਂਦੇ ਨੇ ਜਾਂ ਹੋਰ ਕੋਈ ਉਹਨਾਂ ਖਿਲਾਫ ਬੋਲੀ ਜਾਂਦਾ, ਜੇ ਸਾਡੇ ਘਰ ਦੀ ਲੜਾਈ ਹੀ ਨਹੀਂ ਸੁਲਝੂਗੀ ਤਾਂ ਅਸੀਂ ਦਿੱਲੀ ਨਾਲ ਮੱਥਾ ਕਿਵੇਂ ਲਾ ਲਾਂਗੇ? ਤੁਸੀਂ ਹੁਣ ਮੇਰੀ ਗੱਲ ਦੱਸੋ ਜੀ। ਸ਼ੰਭੂ ਮੋਰਚੇ ਦੇ ਉੱਤੇ ਬੈਠਿਆਂ ਬਹੁਤ ਚਿਰ ਹੋ ਗਿਆ, ਹਾਂਜੀ, ਕਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਉੱਠਿਆ ਵੀ ਜਾ ਕੇ ਮੋਦੀ ਦੇ ਬੰਗਲੇ ਮੂਹਰੇ ਬੈਠ ਗਏ? ਇਦੋਂ ਵੀ ਉਤਲੇ ਖਿਆਲ ਆਏ ਆ ਵੀ ਯਾਰ ਜੇ ਗੱਲ ਨਹੀਂ ਬਣਦੀ ਤਾਂ ਕੋਈ ਨਹੀਂ। ਫਿਰ ਕਿ ਮੈਨੂੰ RSS ਦੇ ਆਗੂਆਂ ਦੇ ਫੋਨ ਆ ਗਏ, ਹਾਂਜੀ, ਇਹ ਗੱਲ ਕਿੰਨੀ ਕੁ ਸੱਚੀ ਹੈ? ਜਦੋਂ ਆਪਾਂ ਗੱਲ ਹੀ ਕਲੀਅਰ ਕਰਤੀ ਵੀ ਮੈਨੂੰ ਫੋਨ ਆਇਆ ਜੀ, ਤੇ ਫੋਨ ਇਸ ਕਰਕੇ ਆਇਆ ਵੀ ਉਹ ਕਹਿੰਦੇ ਚੁੱਪ ਕਰਕੇ ਬਹਿ ਜਾ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ ਟੈਣਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਅਸੀਂ ਇਸ ਵਕਤ ਖੇਤਾਂ ਦੇ ਵਿੱਚ ਬੈਠੇ ਆ ਜੀ। ਮੌਕੇ ਦੇ ਮੁਤਾਬਕ ਜਿਸ ਤਰੀਕੇ ਦੇ ਨਾਲ ਵੀ ਸਾਡੇ ਕੋਲੇ ਚੀਜ਼ਾਂ ਮਿਲੀਆਂ, ਤੇ ਇੱਥੇ ਇੱਕ ਅਸੀਂ ਬੰਬੀ ਤੇ ਬੈਠੇ, ਮੋਟਰ ਤੇ ਬੈਠੇ, ਉੱਥੋਂ ਅਸੀਂ ਮੰਜੀ ਵੀ ਲੈ ਲਈ, ਤੇ ਇੱਕ ਜਿਹੜੇ ਸਾਡੇ ਮਹਿਮਾਨ ਸਾਥੀ ਨੇ ਉਹ ਵੱਟ ਦੇ ਉੱਤੇ ਬੈਠ ਗਏ ਆ। ਤੇ ਅਸੀਂ ਅੱਜ ਗੱਲਬਾਤ ਇਸੇ ਰੂਪ ਦੇ ਵਿੱਚ ਕਰਾਂਗੇ, ਕਿਉਂਕਿ ਹਰ ਵਾਰ ਨਾ ਹਰਮਨ ਜੀ ਜਿਵੇਂ ਸੋਚਦੇ ਆ ਉਵੇਂ ਹੀ ਇੱਕ ਸੈੱਟ ਬਣਿਆ ਹੋਵੇ ਤੇ ਬਹੁਤ ਖੂਬਸੂਰਤ ਕੁਰਸੀਆਂ ਹੋਣ। ਇਹ ਜ਼ਰੂਰੀ ਨਹੀਂ, ਖੇਤਾਂ ਦਾ ਮਾਹੌਲ ਇਵੇਂ ਹੁੰਦਾ ਤੇ ਬਹਿ ਕੇ ਇੱਥੇ ਚੰਗਾ ਬੜਾ ਲੱਗਦਾ। ਬਿਲਕੁਲ ਸਹੀ ਗੱਲ ਹੈ। ਤੇ ਇਦਾਂ ਬੈਠ ਕੇ ਇੱਕ ਤਾਂ ਘਰ ਵਰਗਾ ਮਾਹੌਲ ਲੱਗਦਾ ਹੈ, ਇੱਕ ਗੱਲਾਂ ਜਿਹੜੀਆਂ ਉਹ ਖੁੱਲੀਆਂ ਹੋ ਜਾਂਦੀਆਂ ਨੇ, ਤੇ ਨਾਲੇ ਤਾਜ਼ੀ ਹਵਾ ਜਿਹੜੀ ਅੱਜ ਕੱਲ੍ਹ ਲੱਭਦੀ ਨਹੀਂ ਟਹਿਣਾ ਸਾਹਿਬ। ਵੈਸੇ ਹੀ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ, ਉਹ ਤਾਜ਼ੀ ਹਵਾ ਦਾ ਵੀ ਫਾਇਦਾ ਸੀ ਚੁੱਕ ਰਿਆਂ ਨਾਲੋਂ ਨਾਲ। ਸੋ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਵੀ ਅੱਜ ਫਿਰ ਤੋਂ ਅਸੀਂ ਇੱਕ ਮਹਿਮਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਹੋਏ ਹਾਂ। ਕੌਣ ਨੇ ਉਹ ਮਹਿਮਾਨ, ਕੀ ਖਾਸੀਅਤ ਹੈ ਅੱਜ ਦੀ ਕਿਸ਼ਤ ਦੀ, ਇਹ ਸਾਰਾ ਕੁਝ ਸਵਰਨ ਸਿੰਘ ਟੈਣਾ ਦੱਸਣਗੇ। ਦੇਖੋ, ਗੱਲ ਇਹ ਹੈ ਜੀ ਕਿ ਇਸ ਵਕਤ ਕਿਸਾਨ ਅੰਦੋਲਨ ਸਿਖਰ ਦੇ ਉੱਤੇ ਆ। ਪਿਛਲੇ ਲਗਭਗ ਪੌਣੇ 2 ਮਹੀਨਿਆਂ ਤੋਂ ਕਿਸਾਨ ਆ ਜਿਹੜੇ ਉਹ ਨਿੱਠ ਕੇ, ਖੇਤ ਮਜ਼ਦੂਰ ਨਿੱਠ ਕੇ ਮਿਹਨਤ ਕਰ ਰਹੇ ਆ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ ਆ, ਜਿਹੜੇ ਇਹ ਕਾਲੇ ਕਾਨੂੰਨ ਆ, ਜਿਹੜੇ ਕਿਸਾਨੀ ਦਾ ਗਲ ਘੁੱਟਣ ਵਾਲੇ ਆ, ਇਹ ਰੱਦ ਕਰ ਦਿੱਤੇ ਜਾਣ ਜਾਂ ਇਹਨਾਂ ਦੇ ਵਿੱਚ ਤਰਮੀਮ ਕੀਤੀ ਜਾਵੇ, ਸੋਧ ਕੀਤੀ ਜਾਵੇ। ਇਹਦੇ ਵਿੱਚ ਕਲਾਕਾਰ ਭਾਈਚਾਰੇ ਦੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਪਿਛਲੇ ਦਿਨੀ ਅਸੀਂ ਜਸ ਬਾਜਵਾ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਇਸੇ ਵਿਸ਼ੇ ਦੇ ਉੱਤੇ। ਉਹਨਾਂ ਨੇ ਕਈ ਤਰ੍ਹਾਂ ਦੇ ਨੁਕਤੇ ਚੁੱਕੇ ਸੀਗੇ, ਜਿਹਦੇ ਵਿੱਚ ਦੀਪ ਸਿੱਧੂ ਦੀ ਵੀ ਗੱਲ ਸੀ, ਜਿਹਦੇ ਵਿੱਚ ਸਨੀ ਦਿਓਲ ਦੀ ਵੀ ਗੱਲ ਸੀ, ਕੁਝ ਕੁ ਹੋਰ ਮਸਲੇ ਵੀ ਆ। ਅੱਜ ਸਾਡੇ ਨਾਲ ਦੀਪ ਸਿੱਧੂ ਹੋਰੀ ਨੇ, ਜਿਨ੍ਹਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਮੋਰਚਾ ਲਾਇਆ ਹੋਇਆ ਆਪਣੇ ਸਹਿਯੋਗੀਆਂ ਦੇ ਨਾਲ। ਕੀ ਇਸ ਤਰ੍ਹਾਂ ਦਾ ਮੋਰਚਾ ਲਾਉਣ ਦੇ ਨਾਲ ਕਿਸਾਨੀ ਦਾ ਕੋਈ ਮਸਲਾ ਹੱਲ ਹੋਊਗਾ? ਕੀ ਸਨੀ ਦਿਓਲ ਜਿਹੜੇ ਕਿ ਇਹਨਾਂ ਦੇ ਬਹੁਤ ਨੇੜਲੇ ਪਰਿਵਾਰਕ ਮੈਂਬਰ ਆ ਤੇ ਉਹਨਾਂ ਦੇ ਵੱਲੋਂ ਬਿਲਕੁਲ ਨਹੀਂ ਇਸ ਮਸਲੇ ਤੇ ਬੋਲਿਆ ਗਿਆ, ਇਹ ਵਾਜਬ ਆ? ਕੀ ਦੀਪ ਸਿੱਧੂ ਇਸ ਵਕਤ ਸਿਰਫ ਤੇ ਸਿਰਫ ਰਾਜਨੀਤਿਕ ਉਡਾਨ ਭਰਨ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਆ? ਇਹਨਾਂ ਸਵਾਲਾਂ ਦੇ ਉੱਤਰ ਆਪਾਂ ਲੈਣੇ ਆ ਜੀ। ਸੋ ਸਭ ਤੋਂ ਪਹਿਲਾਂ ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਹੈ ਤੁਹਾਡਾ। ਠੀਕ ਠਾਕ ਹੋ? ਬਹੁਤ ਵਧੀਆ ਜੀ। ਬਾਈ ਜੀ, ਗੱਲ ਕੋਈ ਅਸੀਂ ਗੋਲ ਮੋਲ ਨਹੀਂ ਕਰਦੇ ਹੁੰਦੇ। ਹਾਂਜੀ ਹਾਂਜੀ, ਬੜੀ ਸਾਫ਼ ਸਪਸ਼ਟ ਗੱਲ ਆ ਵੀ ਤੁਸੀਂ ਪਿਛਲੇ ਕਈ ਹਫ਼ਤਿਆਂ ਤੋਂ ਬੈਠੇ ਹੋ ਸ਼ੰਭੂ ਮੋਰਚਾ ਲਾ ਕੇ। ਹਾਂਜੀ, ਉਸ ਮੋਰਚੇ ਦੇ ਵਿੱਚ ਲੋਕ ਘੱਟ ਵੀ ਆਉਂਦੇ ਆ, ਵੱਧ ਵੀ ਆਉਂਦੇ, ਚਲੋ ਸਭ ਦੇ ਜਿਵੇਂ ਰੁਝੇਵੇਂ ਆ ਉਵੇਂ ਆਉਂਦੇ ਆ। ਹਾਂਜੀ, ਤੁਹਾਡੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਕਈ ਕਲਾਕਾਰ ਤੁਰੇ, ਹਾਂਜੀ, ਜਾਂ ਤੁਸੀਂ ਕਈਆਂ ਨਾਲ ਤੁਰੇ। ਹਾਂਜੀ, ਹੁਣ ਤੁਸੀਂ ਇਕੱਲੇ ਜੇ ਰਹਿ ਗਏ ਉੱਥੇ ਕਲਾਕਾਰ ਭਾਈਚਾਰੇ ਦੇ ਪੱਖ ਤੋਂ। ਹਾਂਜੀ, ਇਹੋ ਜੀ ਕਿਹੜੀ ਦੂਰੀ ਬਣੀ ਜਿਹਦੇ ਕਰਕੇ ਇਹ ਅੰਦੋਲਨ ਆ ਜਿਹੜਾ ਤਿੜਕਣਾ ਸ਼ੁਰੂ ਹੋ ਗਿਆ, ਜਿਹੜਾ ਕਲਾਕਾਰਾਂ ਦੇ ਸਹਿਯੋਗ ਦੇ ਨਾਲ ਅੱਗੇ ਵਧ ਰਿਹਾ ਸੀ? ਨਹੀਂ ਜੀ, ਇੱਕ ਤਾਂ ਗੱਲ ਆਪਾਂ ਇਹ ਸਮਝ ਲਈਏ ਵੀ ਇਹ ਥਿੜਕਿਆ ਨਹੀਂ ਅੰਦੋਲਨ। ਅੰਦੋਲਨ ਤਾਂ ਬਹੁਤ ਵਧੀਆ ਚੱਲ ਰਿਹਾ।
ਔਰ ਇਹ ਕਿਸਾਨਾਂ ਦਾ, ਲੋਕਾਂ ਦਾ ਅੰਦੋਲਨ ਹੈ, ਕਲਾਕਾਰਾਂ ਦਾ ਅੰਦੋਲਨ ਨਹੀਂ ਹੈ। ਮੈਂ ਵੀ ਜੇ ਉੱਥੇ ਬੈਠਾ, ਮੈਂ ਇੱਕ ਕਲਾਕਾਰ ਦੇ ਤੌਰ ਤੇ ਨਹੀਂ ਬੈਠਾ, ਹਾਲਾਂਕਿ ਤੁਸੀਂ ਚਲੋ ਮੇਰੀ ਪਛਾਣ ਨੂੰ ਮੂਹਰੇ ਲੈ ਆਉਣੇ ਹੋ, ਪਰ ਅਸੀਂ ਪਹਿਲਾਂ ਤਾਂ ਪੰਜਾਬੀ ਤੇ ਆਪਦੀ ਪੰਜਾਬੀਅਤ ਵਾਸਤੇ ਉੱਥੇ ਬੈਠੇ ਆ, ਸਾਡੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਬੈਠੇ ਆ, ਹਨਾ। ਹੁਣ ਕਿਉਂ ਇਕੱਠੇ ਤੁਰੇ ਤੇ ਕਿਉਂ ਨਿਖੜ ਗਏ, ਗੱਲ ਇੱਥੇ ਹੋਣੀ ਚਾਹੀਦੀ ਹੈ ਬਸ। ਜਦੋਂ ਇਕੱਠੇ ਤੁਰੇ ਸੀ ਉਦੋਂ ਇਸ ਗੱਲ ਨੂੰ ਸਮਝ ਕੇ ਤੁਰੇ ਸੀ ਵੀ ਇਹ ਪੰਜਾਬ ਦੀ ਹੋਂਦ ਦੀ ਲੜਾਈ ਆ। ਜਦੋਂ ਆਪਾਂ ਪੰਜਾਬ ਦੀ ਹੋਂਦ ਦੀ ਗੱਲ ਕਰਦੇ ਆ ਤਾਂ ਸਾਡੇ ਸੱਭਿਆਚਾਰਕ ਸਾਡੇ ਤੇ ਹਮਲਾ ਹੋਇਆ। ਸਾਡੇ ਸੱਭਿਆਚਾਰ ਦੇ ਵਿੱਚ ਸਾਡੀ ਮਾਂ ਬੋਲੀ, ਸਾਡੀ ਖੇਤੀ, ਸਾਡੀ ਸਿਆਸਤ, ਸਾਡਾ ਇਤਿਹਾਸ, ਸਾਡੇ ਪਾਣੀ, ਦੇਖੋ ਇਹ ਇੱਕ ਧਰਤੀ ਕਿਵੇਂ ਬਣਦੀ ਆ, ਇੱਕ ਸਮਾਜ ਨੂੰ ਕਿਵੇਂ ਸਮਝਿਆ ਜਾ ਸਕਦਾ, ਸਮਾਜ ਕਿਹੜੀਆਂ ਕਦਰਾਂ ਕੀਮਤਾਂ ਤੇ ਖੜਿਆ, ਕਿਹੜੇ ਸਿਧਾਂਤ ਤੇ ਖੜਾ, ਇਸੇ ਤਰ੍ਹਾਂ ਸਮਾਜ ਨੂੰ ਸਮਝਿਆ ਜਾ ਸਕਦਾ ਨਾ। ਜਦੋਂ ਆਪਾਂ ਇੱਕ ਕਮਿਊਨਿਟੀ ਨੂੰ ਸਮਝਦੇ ਆ ਜਾਂ ਆਪਾਂ ਪੰਜਾਬੀ ਸਾਡੇ ਸਮਾਜ ਨੂੰ, ਸਾਡੀ ਕੌਮੀਅਤ ਨੂੰ ਸਮਝਦੇ ਆ ਤਾਂ ਸਾਡੇ ਸਿਧਾਂਤ ਕੀ ਆ, ਕਦਰਾਂ ਕੀਮਤਾਂ ਕੀ ਆ। ਹੁਣ ਜਦੋਂ ਅਸੀਂ 25 ਤਰੀਕ ਨੂੰ ਤੁਰੇ ਤਾਂ ਇਹ ਗੱਲ ਸਾਰਿਆਂ ਨੇ ਪ੍ਰਵਾਨ ਕਰ ਲਈ ਵੀ ਸੱਭਿਆਚਾਰਕ ਹੋਂਦ ਤੇ ਸਾਡੇ ਤੇ ਹਮਲਾ। ਤੁਸੀਂ 25 ਤਰੀਕ ਦੀਆਂ ਜਿਹੜੀਆਂ ਸਪੀਚਸ ਆ ਉਹ ਸੁਣਿਓ, ਸਾਰਿਆਂ ਨੇ ਇਹੀ ਗੱਲ ਕਹੀ ਵੀ ਇਹ ਕੱਲੀ MSP ਦੀ ਲੜਾਈ ਨਹੀਂ ਆ, ਇਹ ਪੰਜਾਬ ਦੀ ਹੋਂਦ ਦੀ ਲੜਾਈ ਆ। ਸੋ ਮੈਂ ਤਾਂ ਉੱਥੇ ਹੀ ਖੜਾ ਸੀ, ਕਿਉਂਕਿ ਮੈਂ ਅੱਜ ਵੀ ਕਹਿੰਦਾ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਤੇ ਲੜਾਈ ਸਾਡੇ ਘਰਾਂ 'ਚ ਵੜ ਗਈ ਆ। ਹੁਣ ਗੱਲ ਇੱਥੇ ਆ ਗਈ ਆ ਵੀ ਤੁਸੀਂ ਸੱਚ ਵਾਲੇ ਪਾਸੇ ਖੜੇ ਹੋ ਕਿ ਝੂਠ ਵਾਲੇ ਪਾਸੇ ਖੜੇ ਹੋ, ਵਿੱਚ ਵਿਚਾਲਾ ਕੁਛ ਨਹੀਂ ਰਿਹਾ। ਜਦੋਂ ਸਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ 25 ਤਰੀਕ ਤੋਂ ਬਾਅਦ, ਕਿਸਾਨ ਜਥੇਬੰਦੀਆਂ, ਸੱਚ ਤਾਂ ਇਹ ਆ ਵੀ ਉਹਨਾਂ ਨੇ ਬਹਿਣਾ ਨਹੀਂ ਸੀ, ਕਿਉਂਕਿ ਉਹਨਾਂ ਨੂੰ ਆਏ ਆ ਵੀ ਅਸੀਂ ਆਪਦਾ ਸੰਘਰਸ਼ ਲੜ ਰਹੇ ਹਾਂ। ਉਹ ਬੈਠੇ ਤਾਂ ਉਹਨਾਂ ਨੂੰ ਪਤਾ ਸੀ ਵੀ ਇਹ ਇਕੱਠ ਵਾਹਵਾ ਕਰਕੇ ਤੇ ਇਹਨਾਂ ਦੀ ਗੱਲ ਵੀ ਜਾ ਰਹੀ ਹੈ ਲੋਕਾਂ 'ਚ, ਸਾਨੂੰ ਲੋਕਾਂ ਨੂੰ ਲਾਮਬੰਦ ਕਰਨਾ, ਆਪਦੇ ਨਾਲ ਜੋੜਨਾ ਤੇ ਇਹਨਾਂ ਨਾਲ ਬਹਿ ਜਾਈਏ। ਸੋ 25 ਤਰੀਕ ਨੂੰ ਜਦੋਂ ਮੀਟਿੰਗ ਹੋਈ, ਬਾਕੀ ਸਾਰਿਆਂ ਨੇ ਆਪਦੀ ਸਮਝ ਦੇ ਹਿਸਾਬ ਨਾਲ ਇਹ ਗੱਲ ਰੱਖੀ ਉੱਥੇ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਆ, ਕਿਸਾਨ ਜਥੇਬੰਦੀਆਂ ਜਿਵੇਂ ਕਹਿਣਗੀਆਂ ਉਵੇਂ ਕਰਾਂਗੇ। ਸੋ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਵੀ ਅਸੀਂ MSP ਦੀ ਲੜਾਈ ਲੜ ਰਹੇ ਹਾਂ ਜਾਂ ਇਹ ਬਿੱਲ 'ਚ ਸੋਧ ਕਰਕੇ ਸਾਨੂੰ ਦੇ ਜਾਓ। ਫਿਰ ਮੈਂ ਇਹੀ ਗੱਲ ਉੱਥੇ ਦੁਬਾਰਾ ਆਪਦਾ ਕੁਐਸਚਨ ਪੁੱਟ ਅਪ ਕੀਤਾ ਵੀ ਆਪਦੀ ਹੋਂਦ ਦੀ ਲੜਾਈ ਲੜ ਰਹੇ ਸੀ ਅਸੀਂ ਤਾਂ। ਪੰਜਾਬ ਆਪਦੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਲੜਾਈ ਲੜ ਰਿਹਾ, ਔਰ ਇੱਥੇ MSP ਦੀ ਲੜਾਈ ਤਾਂ ਆਰਥਿਕ ਗੱਲ ਆ ਕੱਲੀ, ਇਹ ਤਾਂ ਸੱਭਿਆਚਾਰਕ ਗੱਲ ਹੋਈ ਨਹੀਂ। ਪਰ ਇਸ ਸਾਰੇ ਮਸਲੇ ਦਾ ਚੇਤਾ ਵੀ ਤਾਂ ਉਦੋਂ ਆਇਆ ਜਦੋਂ ਕੇਂਦਰ ਦੇ ਵੱਲੋਂ ਕਾਨੂੰਨ ਬਣਾ ਦਿੱਤੇ ਗਏ। ਇਹ ਜਿਹੜਾ ਆਪਾਂ ਕਹਿੰਦੇ ਵੀ ਪੌਣ ਪਾਣੀ ਬਚਾਉਣਾ, ਹਾਂਜੀ, ਆਪਾਂ ਕਹਿੰਦੇ ਜੀ ਖੇਤੀ ਦਾ ਮਾਡਲ ਨਵਾਂ ਹੋਵੇ, ਇਹ ਸਾਰੀਆਂ ਗੱਲਾਂ ਬਿਲਕੁਲ ਵਾਜਬ ਆ, ਇਹ ਗੈਰ ਵਾਜਬ ਨਹੀਂ। ਪਰ ਜਿਹੜੀ ਸਾਡੇ ਉੱਤੇ ਅਚਾਨਕ ਵਿਪਤਾ ਪਈ ਆ, ਆਪਾਂ ਲੜਾਈ ਤਾਂ ਉਸ ਮਸਲੇ ਦੇ ਉੱਤੇ ਵਿੱਢੀ ਆ। ਨਹੀਂ ਜੀ, ਇੱਕ ਗੱਲ ਤੁਹਾਨੂੰ ਮੈਂ ਦੱਸਾਂ, ਜਦੋਂ ਕੋਈ ਉਭਾਰ ਆਉਂਦਾ ਹੁੰਦਾ ਨਾ, ਇਹਦਾ ਮਤਲਬ ਇੱਕ ਫਲੇਅਰ ਅਪ ਹੋ ਗਈ ਚੀਜ਼, ਫਲੇਅਰ ਅਪ ਹੋ ਗਈ। ਜਿਹੜਾ ਗੁੱਸਾ ਮਨਾਂ 'ਚ ਸਾਡੇ ਪਿਆ ਸੀ ਉਹਦਾ ਪ੍ਰਗਟਾਵਾ ਹੋਇਆ। ਹੁਣ ਮਨਾਂ 'ਚ ਗੁੱਸਾ ਤਾਂ ਸਾਡੇ ਖੁਦਕੁਸ਼ੀਆਂ ਦਾ ਵੀ ਸੀ, ਸਾਡੇ ਤੇ ਕਰਜ਼ਿਆਂ ਦਾ ਵੀ ਸੀ, ਸਾਡੀ ਲੁੱਟ ਖਸੁੱਟ ਦਾ ਵੀ ਸੀ। ਮਨਾਂ 'ਚ ਗੁੱਸਾ ਸਾਡੇ ਪਾਣੀ ਕਿਵੇਂ ਲੁੱਟੇ ਗਏ ਆ ਉਹਦਾ ਵੀ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦਾ ਵੀ ਗੁੱਸਾ ਸੀ, ਹਨਾ। ਸੋ ਇਸ ਤਰ੍ਹਾਂ ਉਹ ਗੁੱਸੇ ਨੇ ਇੱਕ ਟਾਈਮ ਆ ਕੇ ਫਲੇਅਰ ਅਪ ਹੋਣਾ ਹੁੰਦਾ, ਲਹਿਰ ਬਣੀ। ਹਾਂਜੀ, ਉਹ ਲਹਿਰ ਫਲੇਅਰ ਅਪ ਵੀ ਹੁੰਦੀ ਹੈ ਨਾ, ਉਭਾਰ ਆਉਂਦਾ। ਉਭਾਰ ਇੱਕ ਕਾਨੂੰਨ ਆਏ, ਜਦੋਂ ਸਾਡੇ ਗਲਮਿਆਂ ਨੂੰ ਹੱਥ ਪਾ ਲਿਆ, ਸਾਨੂੰ ਲੱਗਿਆ ਵੀ ਹੁਣ ਇਸ ਤੋਂ ਬਾਅਦ ਤਾਂ ਇਹ ਤਾਂ ਆਖਰੀ ਲੜਾਈ ਲੜੀ ਜਾਂਦੇ ਆ। ਦੀਪ ਬਾਈ ਜੀ ਇਹੀ ਹੈ ਨਾ ਕਿ ਆਪਾਂ ਗਲਮਾ ਛੜਾਈਏ ਬਾਈ ਜੀ, ਜਿਹੜਾ ਮਸਲਾ ਉਹ ਗਲਮਾ ਛਡਾਉਣ ਦੀ ਗੱਲ ਆ। ਨਹੀਂ, ਗਲਮਾ ਤਾਂ ਤੁਹਾਡਾ ਪਹਿਲਾਂ ਵੀ ਫੜਿਆ ਹੋਇਆ, ਗਲਮਾ ਹੁਣ ਗੂਠਾ ਦੇਤਾ। ਤੁਸੀਂ ਐਂ ਕਹਿੰਦੇ ਹੋ ਵੀ ਗੂਠਾ ਪਾਸੇ ਕਰ ਲਾਂ ਯਾਰ, ਚਲੋ ਔਖਾ ਔਖਾ ਸਾਹ ਲਈ ਜਾਵਾਂ, ਪਰ ਸਾਹ ਤਾਂ ਲਈ ਜਾਵਾਂ, ਇੱਕ ਵਾਰ ਜਾਨ ਤਾਂ ਬਚੇ ਨਾ। ਨਹੀਂ, ਪਰ ਗੱਲ ਆਏ ਆ ਬਾਈ ਜੀ, ਇੱਕ ਵਾਰ ਜਾਨ ਬਚਾ ਕੇ ਕਿੰਨੇ ਕੁ ਵਾਰੀ ਤੁਸੀਂ ਇਹ ਉਭਾਰ ਪੈਦਾ ਕਰ ਲਓਗੇ? ਇਹ ਤਾਂ ਵਾਰ-ਵਾਰ ਏਡੀ ਵੱਡੀ ਲਹਿਰ ਪੈਦਾ ਹੋਣੀ। ਸੜਕਾਂ ਤੇ ਬੈਠੇ ਆ ਅਸੀਂ ਧਰਨਿਆਂ 'ਚ ਬੈਠੇ ਆ, ਮੋਰਚਿਆਂ 'ਚ ਬੈਠੇ ਆ, ਬੀਬੀਆਂ ਬੈਠੀਆਂ, ਭੈਣਾਂ ਬੈਠੀਆਂ, ਕਿਸਾਨ ਬੈਠੇ ਆ। ਤੁਹਾਨੂੰ ਲੱਗਦਾ ਰੋਜ਼ ਘਰੋਂ ਨਿਕਲੇ ਆਉਣਗੇ ਉਹ? ਸੋ ਜਦੋਂ ਨਹੀਂ, ਇਹ ਗੱਲ ਸਾਨੂੰ ਪਤਾ ਵੀ ਰੋਜ਼ ਨਹੀਂ ਘਰੋਂ ਨਿਕਲਣੇ। ਸੋ ਇਹਦਾ ਮਤਲਬ ਤੁਸੀਂ ਕੋਈ ਪੱਕੇ, ਜੇ ਅਸੀਂ ਕੋਈ ਆਪਦੇ ਮਸਲਿਆਂ ਦੇ ਹੱਲ ਤੇ ਗਏ ਆ, ਅੱਜ ਕਿਸਾਨੀ ਤੇ ਜੇ ਸੰਕਟ ਆਇਆ, ਕੋਈ ਪੱਕਾ ਹੱਲ ਤਾਂ ਲੱਭੀਏ। ਸੋ ਪੱਕਾ ਹੱਲ ਤਾਂ ਇਹੀ ਆ ਵੀ ਪੰਜਾਬ ਕੇਂਦਰਤ ਇੱਕ ਖੇਤੀਬਾੜੀ ਮਾਡਲ ਸਾਡਾ ਆਪਦਾ ਹੋਣਾ ਚਾਹੀਦਾ, ਜਿਹਦੇ 'ਚ ਸਾਡੇ ਖੇਤੀ ਨੂੰ ਅਸੀਂ ਕਿਵੇਂ ਸਮਝੀਏ। ਖੇਤੀ 'ਚ ਸਾਡੀ ਧਰਤੀ, ਫਸਲਾਂ, ਸਾਡੇ ਆਬੋ ਹਵਾ, ਰੁੱਖ, ਪੰਛੀ, ਪਸ਼ੂ ਧਨ
ਠੀਕ ਆ, ਇਹ ਸਾਰਾ ਕੁਝ ਖੇਤੀ ਚ ਆਉਂਦਾ। ਤੁਹਾਡੀ ਸੋ ਬਿਲਕੁਲ ਇਸ ਗੱਲ ਨੂੰ ਸਮਝ ਕੇ ਇੱਕ ਨਵਾਂ, ਕਿਉਂਕਿ ਮਾਡਲ ਫੇਲ ਹੋਇਆ, ਪੁਰਾਣੇ ਮਾਡਲ ਨੇ ਸਾਨੂੰ ਖੁਦਕੁਸ਼ੀਆਂ ਕਰਜ਼ੇ ਦਿੱਤੇ ਆ, ਹੁਣ ਉਸ ਮਾਡਲ 'ਚ ਇਹਨਾਂ ਨੇ ਸੋਧਾਂ ਕਰਕੇ ਸਾਡੇ ਤੇ ਕਾਰਪੋਰੇਟਸ। ਬਿਲਕੁਲ ਤੁਹਾਡੀ ਗੱਲ ਸਾਰੀ ਸਹੀ ਹੈ, ਪਰ ਸਾਡਾ ਸਵਾਲ ਇਹ ਹੈਗਾ ਕਿ ਜੋ ਬੀਜੇਪੀ ਨੇ ਇਸ ਵਕਤ ਕੀਤਾ, ਹਾਂਜੀ, ਇਹਦੇ ਕਰਕੇ ਇੱਕ ਲਹਿਰ ਬਣੀ, ਕਿਸਾਨ ਆ ਜਿਹੜੇ ਉਹ ਆਏ ਸੜਕਾਂ ਦੇ ਉੱਤੇ, ਰੇਲ ਦੀਆਂ ਪਟੜੀਆਂ ਦੇ ਉੱਤੇ ਬੈਠੇ, ਉਹ ਕਰਦੇ ਟਿਚਰਾਂ ਦਿੱਲੀ ਦੇ ਵਿੱਚ ਬੈਠੇ। ਪੰਜਾਬ ਦੇ ਨਾਲ ਵਿਤਕਰਾ ਤਾਂ ਪਹਿਲਾਂ ਵੀ ਬਹੁਤ ਹੋਇਆ, ਅੱਜ ਵੀ ਹੋਣਾ ਤੇ ਭਵਿੱਖ ਦੇ ਵਿੱਚ ਵੀ ਸ਼ਾਇਦ ਹੋਵੇ, ਕਿਉਂਕਿ ਕਿਸੇ ਵੀ ਸਰਕਾਰ ਨੇ, ਕੇਂਦਰ ਦੀ ਨੇ ਕਦੇ ਪੰਜਾਬ ਦੇ ਨਾਲ ਇਹੋ ਜਿਹਾ ਰਵੱਈਆ ਨਹੀਂ, ਵਫਾ ਨਹੀਂ ਕਮਾਇਆ ਵੀ ਜਿਹਦੇ ਕਰਕੇ ਅਸੀਂ ਕਹਾਂਗੇ ਵੀ ਬਹੁਤ ਚੰਗੇ ਆ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਜੇਕਰ ਇਸ ਵਕਤ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਉਹ ਤੁਹਾਡੇ ਹੱਥ ਦੇ ਵਿੱਚ ਨਾ ਰਹੀਆਂ, ਮੰਡੀਕਰਨ ਸਿਸਟਮ ਫੇਲ ਹੋ ਗਿਆ, ਸਵਾਮੀਨਾਥਨ ਫਾਰਮੂਲਾ ਉਹ ਲਾਗੂ ਕਰਕੇ नहीं राजी, उधरों कर दे टिचरा, उधरों मोदी साहब कहते ने भाइयों और बहनों जो कर दिया हमने ठीक कर दिया। सो ये गल्लां ਜਿਹੜੀਆਂ ਤੁਸੀਂ ਇਹ ਵੱਡੀਆਂ ਮੰਨਦੇ ਹੋ ਜਾਂ ਜਿਹੜਾ ਕੱਲਾ ਮਾਡਲ ਦੀ ਗੱਲ ਕਰਦੇ ਹੋ ਤੁਸੀਂ ਉਹ ਵੱਡਾ ਮੰਨਦੇ ਹੋ? ਨਹੀਂ ਜੀ, ਦੇਖੋ ਪਹਿਲੀ ਗੱਲ ਤਾਂ ਮੈਂ ਵੱਡੀ ਕਿਸ ਗੱਲ ਨੂੰ ਮੰਨਦਾ, ਸਾਡੇ ਕੋਲੇ ਮਸਲੇ ਬਹੁਤ ਆ, ਹਨਾ। ਇੱਥੇ ਵੱਡੇ ਦੀ ਗੱਲ ਆਉਂਦੀ ਹੈ ਜਾਂ ਤਰਜੀਹ ਦੇਣ ਦੀ ਗੱਲ ਆਉਂਦੀ ਆ, ਆਪਾਂ ਇੱਥੇ ਆਉਣੇ ਆ। ਮਸਲੇ ਬਹੁਤ ਆ ਸਾਡੇ ਕੋਲੇ, ਪ੍ਰਵਾਸ ਦਾ ਮਸਲਾ ਵੀ ਆ ਸਾਡੇ ਕੋਲੇ, ਨਸ਼ਿਆਂ ਦਾ ਮਸਲਾ ਵੀ ਆ, ਸਾਡੀਆਂ ਨੌਕਰੀਆਂ ਵੀ ਨਹੀਂ ਮਿਲਦੀਆਂ ਸਾਡੇ ਯੂਥ ਨੂੰ, ਸਾਡੇ ਕੋਲੇ ਪਾਣੀਆਂ ਦਾ ਮਸਲਾ ਵੀ ਆ, ਹਨਾ। ਸਾਡੇ ਕੋਲੇ ਸਾਡੀ ਕੋਈ ਨੀਤੀ, ਪੰਜਾਬ ਨਹੀਂ ਘਟ ਸਕਦਾ, ਕੇਂਦਰ ਘਟ ਸਕਦਾ, ਇਹ ਵੀ ਮਸਲਾ ਬਹੁਤ ਵੱਡਾ। ਅਗਲੀ ਗੱਲ, ਅੱਜ ਕਿਸਾਨੀ ਦਾ ਮਸਲਾ ਆ ਗਿਆ ਸਾਡੇ ਕੋਲੇ। ਕਿਸਾਨੀ ਦਾ ਮਸਲਾ ਪਹਿਲਾਂ ਵੀ ਸੀ, ਖੁਦਕੁਸ਼ੀਆਂ, ਕਰਜ਼ੇ, ਅੱਜ ਹੋਰ ਜ਼ਿਆਦਾ ਗੰਭੀਰ ਸੰਕਟ ਆ ਗਿਆ ਸਾਡੇ ਤੇ। ਇਹਦਾ ਮਤਲਬ ਮਸਲਿਆਂ ਨੂੰ ਜਦੋਂ ਅਸੀਂ ਵਿਚਾਰਨਾ, ਪਹਿਲੀ ਗੱਲ ਅਸੀਂ ਜਦੋਂ ਹਮੇਸ਼ਾ ਹੀ ਗਲਤੀ ਕਰਦੇ ਹਾਂ, ਮਸਲਿਆਂ ਨੂੰ ਵਿਚਾਰਨ ਲੱਗ ਜਾਂਦੇ ਹਾਂ। ਉਹ ਮਸਲੇ ਕਿਸੇ ਹਾਲਾਤ ਨੇ ਸਾਨੂੰ ਦਿੱਤੇ ਆ, ਉਹਨਾਂ ਹਾਲਾਤਾਂ ਨੂੰ ਵਿਚਾਰਨਾ ਪਊਗਾ। ਮਸਲੇ ਤਾਂ ਇੱਕ ਬਿਮਾਰੀ ਦੇ ਲੱਛਣ ਆ, ਬਿਮਾਰੀ ਦੀ ਜੜ ਪੱਟਣੀ ਪੈਣੀ ਆ ਕਿ ਨਹੀਂ ਪੱਟਣੀ ਪੈਣੀ, ਕਿ ਐਂ ਜੂਝਦੇ ਰਹਿਣਾ ਆਪਾਂ, ਕਿ ਲੜਾਈ ਵਿੱਢਣੀ ਨਹੀਂ ਕਦੇ। ਹੁਣ ਤੁਸੀਂ ਕਹਿੰਦੇ ਹੋ ਜਦੋਂ ਪਹਿਲਾਂ ਆਪਾਂ ਇਹਨਾਂ ਮਸਲਿਆਂ ਨੂੰ ਇਕੱਠਾ ਕਰ ਲਿਆ, ਹਾਲਾਤਾਂ ਨੂੰ ਵਿਚਾਰਿਆ, ਤਾਂ ਅਸੀਂ ਸਾਰੇ ਮਸਲੇ ਇੱਕ ਵਾਰ 'ਚ ਹੱਲ ਨਹੀਂ ਕਰ ਸਕਦੇ, ਸਾਨੂੰ ਤਰਜੀਹ ਦੇਣੀ ਪੈਂਦੀ ਆ। ਵੀ ਜਿਵੇਂ ਘਰੇ ਜੇ 10 ਜ਼ਰੂਰਤਾਂ ਹੋਣ ਤਾਂ ਸਾਨੂੰ ਦੇਖਣਾ ਪੈਂਦਾ ਹੁੰਦਾ, ਘਰੇ ਪਹਿਲਾਂ ਅਸੀਂ ਖਾਣ ਪੀਣ ਦਾ ਜੁਗਾੜ ਕਰੀਏ, ਉਦੋਂ ਬਾਅਦ ਹੋ ਸਕਦਾ ਸਾਡਾ ਕੋਈ ਲੀੜੇ ਕੱਪੜੇ ਦਾ ਸਾਰਾ ਸਾਡਾ ਉਹ ਵੀ ਹੋਵੇ ਸਾਰਾ, ਹਨਾ, ਸਾਡੇ ਵਾਸਤੇ। ਤੇ ਉਦੋਂ ਬਾਅਦ ਜੇ ਘਰੇ ਕੋਈ ਬਿਮਾਰ ਆ ਤਾਂ ਉਹਦੀ ਦਵਾਈ ਦਾ ਕਰੀਏ, ਫਿਰ ਐਜੂਕੇਸ਼ਨ ਦਾ ਕਰੀਏ, ਉਹ ਕਰੀਏ, ਤਾਂ ਤਰਜੀਹ ਦੇਣੀ ਪੈਂਦੀ ਹੈ ਨਾ। ਇਸੇ ਤਰ੍ਹਾਂ ਇਸ ਕਿਸਾਨੀ ਦੇ ਘੋਲ 'ਚ ਸਾਨੂੰ ਤਰਜੀਹ ਦੇਣੀ ਪਊਗੀ, ਜਾਂ ਸਾਡੇ ਪੰਜਾਬ ਦੇ ਇਸ ਘੋਲ 'ਚ ਤਰਜੀਹ ਦੇਣੀ ਪਊਗੀ। ਅੱਜ ਤਰਜੀਹ ਕਿਸਾਨੀ ਨੂੰ ਦੇਣੀ ਚਾਹੀਦੀ ਆ, ਕਿਉਂਕਿ ਕਿਸਾਨ ਸੜਕਾਂ ਤੇ ਆ, ਕਿਸਾਨ ਮਰ ਰਹੇ ਆ, ਤੇ ਧਰਤੀ ਨਾਲ ਸਾਡਾ ਸੱਭਿਆਚਾਰ ਜੁੜਿਆ ਹੋਇਆ। ਪਰ ਤਰਜੀਹ ਵੀ ਤਾਂ ਹੀ ਦਿੱਤੀ ਜਾਊਗੀ ਜੇ ਆਪਾਂ ਹੁਣ ਪਰਿਵਾਰ ਦੀ ਇੱਕ ਐਗਜ਼ਾਮਪਲ ਲੈਣੇ ਆ, ਉਹ ਪਰਿਵਾਰ ਵੀ ਤਰਜੀਹ ਤਾਂ ਹੀ ਰੱਖ ਪਾਉਂਦਾ ਹੈ ਜੇਕਰ ਉਹ ਸਾਰੇ ਇਕੱਠੇ ਹੋ ਕੇ ਇੱਕ ਦਿਸ਼ਾ ਦੇ ਵਿੱਚ ਚੱਲਣਗੇ। ਹਾਂਜੀ, ਇਹ ਗੱਲ ਬਿਲਕੁਲ ਠੀਕ ਆ। ਵੀ ਮੈਂ ਐ ਨੂੰ ਜਾਣਾ ਤੇ ਬੇਬੇ ਕਹੇ ਵੀ ਨਹੀਂ ਪਹਿਲਾਂ ਮੈਂ ਐ ਨੂੰ ਜਾਣਾ, ਤੇ ਫਿਰ ਮਸਲੇ ਹੱਲ ਨਹੀਂ ਹੁੰਦੇ। ਜੇ ਇਹ ਪਾਟੋ ਧਾੜ ਪਹਿਲਾਂ ਹੀ ਪੈ ਗਈ ਤੇ ਫਿਰ ਉਹ ਤਾਂ ਚਾਹੁੰਦੇ ਸੀ ਸਾਨੂੰ ਪਾੜਨਾ ਨਾ ਦਿੱਲੀ ਵਾਲੇ। ਬਿਲਕੁਲ ਗੱਲ ਸਹੀ ਹੈ। ਪਹਿਲਾਂ ਹੀ ਅੱਡ ਰਾਹ ਫੜ ਲਏ ਤਾਂ ਫਿਰ ਸਾਡੀ ਤਰਜੀਹ ਕਦੇ। ਕਲਾਕਾਰ ਵੀ ਇਕਜੁੱਟ ਨਹੀਂ ਰਹੇ। ਨਹੀਂ ਜੀ, ਮੈਂ ਬਹੁਤ ਸਾਰੇ ਕਲਾਕਾਰਾਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਕਿ ਦੀਪ ਸਿੱਧੂ ਹੋਰੀ ਬਿਲਕੁਲ ਵੱਖਰਾ ਰਾਗ ਅਲਾਪ ਰਹੇ ਆ, ਅਸੀਂ ਵੱਖਰੀ ਗੱਲ ਕਰਦੇ ਆ, ਉਹ ਵੱਖਰੀ, ਜਦ ਕਿ ਸ਼ੁਰੂ ਦੇ ਵਿੱਚ ਅਸੀਂ ਇਕੱਠੇ ਸੀ। ਉਹ ਕਿਹੜੇ ਕਾਰਨ ਆ ਵੀ ਜਿਹਦੇ ਕਰਕੇ ਇਹ ਦੂਰੀਆਂ ਵਧੀਆਂ? ਮੈਂ ਤੁਹਾਨੂੰ ਪਹਿਲਾਂ ਤੁਸੀਂ ਗੱਲ ਉਹੀ ਆਉਣੇ, ਆਪਾਂ ਕਲਾਕਾਰ ਛੱਡ ਦੋ, ਨਹੀਂ ਮਨੁੱਖ ਦੇ ਤੌਰ ਤੇ, ਪੰਜਾਬੀ ਦੇ ਤੌਰ ਤੇ, ਖੇਤੀਬਾੜੀ ਨਾਲ ਜੁੜੇ ਦੇ ਤੌਰ ਤੇ। ਹਾਂਜੀ, ਇਸ ਗੱਲ ਤੇ ਆਓ। ਗੱਲ ਅੱਜ ਆਏ ਆ, ਸਾਡੀ ਲੜਾਈ ਕੀ ਲੜ ਰਹੇ ਆ ਆਪਾਂ? ਲੜਾਈ ਧਰਨਿਆਂ ਨੂੰ ਜਾ ਕੇ ਸੰਬੋਧਨ ਕਰਨ ਦੀ ਲੜਾਈ ਤਾਂ ਨਹੀਂ ਆ ਨਾ। ਬਿਲਕੁਲ ਨਹੀਂ। ਇੱਕ ਸੰਘਰਸ਼ ਪੈਦਾ ਹੋਇਆ, ਉਭਾਰ ਪੈਦਾ ਹੋਇਆ, ਉਸ ਉਭਾਰ 'ਚ ਕੁਝ ਖੱਟ ਕੇ ਜਾਣਾ ਸੀ। ਹੁਣ ਖੱਟੂਗਾ ਕੌਣ? ਕੋਈ ਜਥੇਬੰਦੀ, ਕੋਈ ਪੋਲੀਟੀਕਲ ਤੇ ਰਾਜਸੀ ਧਿਰ ਲੜੂ ਤਾਂ ਇਹ ਇੱਕ ਜਥੇਬੰਦਕ ਤੌਰ ਤੇ ਹੀ ਲੜਿਆ ਜਾਂਦਾ ਨਾ, ਕੋਈ ਰਾਜਸੀ ਧਿਰ ਲੜਦੀ ਆ। ਹੁਣ ਲੜਦੀ ਕਿਸ ਗੱਲ ਲਈ ਆ? ਸਾਡੀ ਡਿਮਾਂਡ ਹੁੰਦੀ ਹੈ, ਇੱਕ ਡਿਮਾਂਡ ਤੁਹਾਡੀ ਅੱਜ ਆਰਥਿਕਤਾ ਦੇ ਤੌਰ ਤੇ ਰਿਆਇਤਾਂ ਦੀ ਡਿਮਾਂਡ ਕਰਕੇ ਹੀ ਤਾਂ ਅਸੀਂ ਪਿਛਲੇ 17 ਸਾਲਾਂ 'ਚ ਆਪਦਾ ਕੋਈ ਮਾਡਲ ਨਹੀਂ ਉਸਾਰ ਸਕੇ ਖੇਤੀਬਾੜੀ ਦਾ, ਰਿਆਇਤਾਂ ਤੇ ਹੀ ਰਹੇ। ਉਹ ਕਾਨੂੰਨ ਬਣਾ ਦਿੰਦੇ ਸੀ, ਅਸੀਂ ਉਹਦੇ 'ਚ ਸੌਧਾਂ ਲਈ ਕੋਈ ਲੜਾਈ ਲੜਦੇ ਸੀ, ਉਹਨਾਂ ਨੇ ਸੌਧਾਂ ਵੀ ਨਹੀਂ ਕੀਤੀਆਂ, ਕੂਣੀ ਤੇ ਗੁੜ ਲਾ ਦਿੰਦੇ ਆ, ਨਾ ਛੱਡਿਆ ਜਾਂਦਾ ਨਾ ਚੱਟਿਆ ਜਾਂਦਾ, ਤੇ ਉਸ ਤੋਂ ਬਾਅਦ ਉਹ ਸਾਰਾ ਸੰਘਰਸ਼ ਵੀ ਕਿਸੇ ਹੋਰ ਪਾਸੇ ਨੂੰ ਲੈ ਜਾਂਦੇ, ਜਾਂ ਕਮਜ਼ੋਰ ਹੋ ਜਾਂਦਾ, ਜਾਂ ਲੋਕ ਘਰੋਂ ਘਰੀ ਬਹਿ ਜਾਂਦੇ ਆ। ਫਿਰ ਅਸੀਂ ਇਹ ਗੱਲ ਨੂੰ ਸਮਝ ਕੇ ਆਉਣ ਵਾਲੇ ਟਾਈਮ ਤੇ ਵੀ ਐਂ ਲੜਦੇ ਰਹੀਏ। ਅੱਜ ਲੜਾਈ ਤੁਹਾਡੇ ਘਰਾਂ 'ਚ ਵੜ ਗਈ ਆ, ਮੈਂ ਇਸੇ ਕਰਕੇ ਕਿਹਾ ਜਦੋਂ ਘਰਾਂ 'ਚ ਵੜ ਗਈ ਆ, ਕਿਵੇਂ ਘਰਾਂ 'ਚ ਵੜ ਗਈ ਆ? ਤੁਹਾਡੇ ਤੇ ਜਦੋਂ ਸੱਭਿਆਚਾਰਕ ਤੁਹਾਡੀ ਇੱਕ ਆਈਡੈਂਟਿਟੀ ਹੈ ਨਾ, ਪੰਜਾਬ, ਅਸੀਂ ਕਹਿੰਦੇ ਹਾਂ ਅਸੀਂ ਪੰਜਾਬੀ ਆ, ਅਸੀਂ ਇਹ ਤਾਂ ਨਹੀਂ ਕਹਿੰਦੇ ਪਹਿਲਾਂ ਭਾਰਤੀ ਆ, ਪਹਿਲਾਂ ਪੰਜਾਬੀ ਆ ਫੇਰ ਭਾਰਤੀ ਆ। ਇਸੇ ਤਰ੍ਹਾਂ ਬੰਗਾਲੀ ਇਹ ਕਹਿੰਦੇ ਆ ਅਸੀਂ ਪਹਿਲਾਂ ਬੰਗਾਲੀ ਆ ਜੀ ਫੇਰ ਭਾਰਤੀ ਆ। ਇਸੇ ਤਰ੍ਹਾਂ ਜਿਹੜੇ
ਤਾਮਿਲਸ ਆ, ਉਹ ਇਹ ਕਹਿੰਦੇ ਆ ਤਾਮਿਲਨਾਡੂ ਵਾਲੇ ਅਸੀਂ ਪਹਿਲਾਂ ਤਾਮਿਲ ਆ ਫਿਰ ਅਸੀਂ ਭਾਰਤੀ ਆ। ਤੁਸੀਂ ਕਿਸਾਨ ਜਥੇਬੰਦੀਆਂ ਨਾਲ ਸਹਿਮਤ ਹੋ ਕਿ ਨਹੀਂ ਇਸ ਵੇਲੇ? ਨਹੀਂ, ਮੈਂ ਕਿਸਾਨ ਜਥੇਬੰਦੀਆਂ ਨਾਲ, ਦੇਖੋ ਕਿਸਾਨ ਜਥੇਬੰਦੀਆਂ ਨਾਲ ਮੈਂ ਸਹਿਮਤ ਹੈਗਾ ਵੀ ਆ ਬਿੱਲ ਵਾਪਸ ਲਏ ਜਾਣ, ਠੀਕ ਆ। ਪਰ ਇੱਕ ਲੜਾਈ ਮੈਂ ਹੋਰ ਲੜ ਰਿਹਾ ਨਾਲ, ਜਿਹਦੀ ਐਕਸਟੈਂਸ਼ਨ ਕਹਿ ਲਓ ਵੀ ਸਾਡੀ ਲੜਾਈ ਕੱਲੇ ਬਿੱਲਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਅਸੀਂ ਬਿੱਲਾਂ ਦੇ ਵਾਪਸ ਲਏ ਦੇ ਨਾਲ ਨਾਲ ਇੱਕ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਵੀ ਦੇ ਕੇ ਜਾਈਏ ਤੇ ਇਸ ਸੰਘਰਸ਼ ਚੋਂ ਦੇ ਸਕਦੇ ਆ ਉਭਾਰ ਆ, ਲੋਕਾਂ 'ਚ ਜਾਗਰੂਕਤਾ ਆ ਜੂਗੀ। ਰੇਲਾਂ ਰੁਕੀਆਂ, ਹਾਂਜੀ, ਮਾਲ ਗੱਡੀਆਂ ਰੁਕੀਆਂ ਤਾਂ ਜੋ ਕੇਂਦਰ ਨੂੰ ਸੇਕ ਲੱਗੇ, ਹਾਂਜੀ, ਉਹਨਾਂ ਨੂੰ ਅਕਲ ਆਵੇ ਵੀ ਭਾਈ ਪੰਜਾਬ ਤੋਂ ਬਿਨਾ ਸਾਡਾ ਸਰਦਾ ਨਹੀਂ। ਹਾਂਜੀ, ਹਾਲਾਂਕਿ ਅਸੀਂ ਨੁਕਸਾਨ ਵੀ ਖਾਦਾ, ਹਾਂਜੀ, ਸਾਡਾ ਆਪਣਾ ਹੋਇਆ, ਇਧਰ ਕੋਲੇ ਦੇ ਭੰਡਾਰ ਮੁੱਕ ਗਏ, ਹੋਰ ਬੜੀਆਂ ਗੱਲਾਂ ਹੋਈਆਂ, ਅਸੀਂ ਪਟੜੀਆਂ ਦੇ ਉੱਤੇ ਬੈਠੇ, ਹਾਂਜੀ, ਅਸੀਂ ਬਹੁਤ ਕੁਝ ਹੋਰ ਕੀਤਾ, ਇਸ ਵਕਤ ਸੜਕਾਂ ਦੇ ਉੱਤੇ ਬੈਠੇ, ਹਾਂਜੀ, ਹਾਂਜੀ, ਅਸੀਂ ਇਸ ਵਕਤ ਪੈਟਰੋਲ ਪੰਪਾਂ ਦੇ ਮੂਹਰੇ ਬੈਠ ਰਹੇ ਹਾਂ, ਰਿਲਾਇੰਸ ਵਾਲਿਆਂ ਦੇ, ਅਸੀਂ ਸ਼ੋਰੂਮਾਂ ਦੇ ਮੂਹਰੇ ਬੈਠ ਰਹੇ ਹਾਂ, ਹਾਂਜੀ, ਟੋਲ ਪਲਾਜ਼ਿਆਂ ਤੇ ਬੈਠ ਰਹੇ ਹਾਂ। ਹਾਂਜੀ, ਉਹ ਹੈਗਾ ਸਿਰਫ ਸੇਕ ਲਾਉਣ ਦੇ ਲਈ ਵੀ ਉਹਨਾਂ ਦੀ ਮੱਤ ਦੇ ਵਿੱਚ ਆਵੇ ਕਿ ਪੰਜਾਬ ਵੀ ਭਾਰਤ ਦੇ ਨਕਸ਼ੇ ਤੇ ਆ, ਇਹ ਪਾਕਿਸਤਾਨ ਦਾ ਹਿੱਸਾ ਨਹੀਂ। ਹਾਂਜੀ, ਤੁਸੀਂ ਸ਼ੰਭੂ ਮੋਰਚੇ ਤੇ ਬੈਠੇ ਆ, ਉਹਦੇ ਨਾਲ ਕੀ ਅਸਰ ਪੈ ਸਕਦਾ ਦਿੱਲੀ ਵਾਲੇ? ਇੱਥੇ ਹੀ ਆਪਾਂ ਆਉਣੇ ਆ। ਤੁਸੀਂ ਮੈਨੂੰ ਇਹ ਦੱਸੋ, ਸੇਕ ਲੱਗਿਆ? ਕੁਝ ਹੱਦ ਤੱਕ ਨਹੀਂ ਲੱਗਿਆ। ਸੇਕ ਲੱਗਿਆ ਹੁੰਦਾ ਤਾਂ ਉਹਨਾਂ ਨੇ ਜਲੀਲ ਨਹੀਂ ਕਰਨਾ ਸੀ। ਕੁਝ ਹੱਦ ਤੱਕ ਮੈਂ ਤਾਂ ਕਹਿਣਾ ਬਾਦਲ ਪਰਿਵਾਰ ਨੂੰ ਤੋੜ ਵਿਛੋੜਾ ਕਰਨਾ ਪੈ ਗਿਆ। ਨਹੀਂ, ਬਾਦਲ ਪਰਿਵਾਰ ਨੇ ਤੋੜ ਵਿਛੋੜਾ, ਸਾਰੇ ਨੇਤਾਵਾਂ ਨੂੰ ਪੰਜਾਬ ਦੇ ਵਿੱਚ ਘੇਰਾ ਪੈ ਰਿਹਾ। ਨਹੀਂ, ਦੇਖੋ ਗੱਲ ਇਹ ਤਾਂ ਹੁਣ ਆਏ ਆ ਵੀ ਦਿਲ ਬਹਿਲਾਨੇ ਕੇ ਲਈ ਗਾਲਿਬ ਖਿਆਲ ਅੱਛਾ ਹੈ, ਹਨਾ? ਸੋ ਇਹ ਤਾਂ ਦਿਲ ਬਹਿਲਾਈ ਜਾਂਦੇ ਆ ਤੁਸੀਂ। ਜਦੋਂ ਦਿੱਲੀ ਸਾਡੀ ਕਿਸਾਨ ਜਥੇਬੰਦੀਆਂ ਦੇ ਲੀਡਰ ਜਾਂਦੇ ਆ, ਉਹਨਾਂ ਨੂੰ ਜਲੀਲ ਕਰਕੇ ਤੋੜ ਦਿੱਤਾ ਜਾਂਦਾ, ਠੀਕ ਆ। ਸਾਡਾ ਸੀਐਮ ਜਾਂਦਾ, ਪੰਜਾਬ ਦਾ ਰਿਪਰੈਜ਼ੈਂਟੇਟਿਵ ਆ ਨਾ, ਇੱਕ ਨੁਮਾਇੰਦਾ ਆਪਦੇ ਕਾਉਂਸਲ ਆਫ ਮਿਨਿਸਟਰਸ ਨੂੰ ਲੈ ਕੇ ਜਾਂਦਾ, ਉਹਨੂੰ ਜਲੀਲ ਕਰਕੇ ਤੋੜ ਦਿੱਤਾ ਜਾਂਦਾ। ਫਿਰ ਰੇਲ ਮੰਤਰੀ ਕਹਿੰਦਾ ਅਸੀਂ ਮਾਲ ਗੱਡੀਆਂ ਨਹੀਂ ਚਲਾਉਣੀਆਂ, ਜੇ ਤੁਸੀਂ ਸਾਡੇ ਕਾਨੂੰਨ ਨਹੀਂ ਮੰਨਦੇ ਅਸੀਂ ਤੁਹਾਡੇ ਮਾਲ ਗੱਡੀਆਂ ਵੀ ਨਹੀਂ ਚਲਾਉਂਦੇ, ਦੂਜੀਆਂ ਵੀ ਨਹੀਂ ਚਲਾਉਂਦੇ। ਕਿੱਡੀ ਵੱਡੀ ਐਰੋਗੈਂਸ, ਬਿਲਕੁਲ ਸਹੀ, ਹੰਕਾਰੇ ਆ ਉਹ। ਅੱਛਾ, ਕਿਉਂ? ਜੇ ਕਿਤੇ ਆਰਥਿਕ ਗੱਲ ਹੁੰਦੀ ਨਾ ਕੱਲੀ, ਤਾਂ ਕੇਂਦਰ ਨੇ ਅੱਜ ਤੱਕ ਕੰਪਨੀਆਂ ਨੂੰ ਕਹਿ ਦੇਣਾ ਅਸੀਂ 2-4 ਮਹੀਨੇ ਬਹਿ ਜਾਓ, ਅਸੀਂ ਇਹ ਸਿਚੁਏਸ਼ਨ ਡਿਫਿਊਜ਼ ਕਰ ਲਈਏ, ਇਦੋਂ ਬਾਅਦ ਅਸੀਂ ਕੰਮ ਛੋਟਾ ਸ਼ੁਰੂ ਕਰਾ ਦਾਂਗੇ। ਕੇਂਦਰ ਵੀ ਵਿਚਾਰਧਾਰਕ ਲੜਾਈ ਲੜ ਰਿਹਾ। ਕੇਂਦਰ ਸਾਡੇ ਮਲਟੀਕਲਚਰਲਿਜ਼ਮ ਨੂੰ, ਸਾਡੀ ਕੌਮੀਅਤ ਨੂੰ, ਪੰਜਾਬੀ ਕੌਮੀਅਤ ਨੂੰ ਖਤਮ ਕਰ ਰਿਹਾ। ਹੁਣ ਸ਼ੰਭੂ ਮੋਰਚੇ ਤੇ ਆਉਣੇ ਆ। ਸ਼ੰਭੂ ਮੋਰਚਾ ਇੱਕੋ ਇੱਕ ਮੋਰਚਾ ਸੀ ਪੰਜਾਬ 'ਚ ਜਦੋਂ ਸ਼ੁਰੂ ਕੀਤਾ 4 ਤਰੀਕ ਤੋਂ ਪਹਿਲਾਂ 25 ਤਰੀਕ ਨੂੰ, ਜਿਹੜਾ ਕਹਿੰਦਾ ਸੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਅੱਜ ਜਿੱਥੇ ਵੀ ਧਰਨੇ ਲਾ ਕੇ ਬੈਠੇ ਆ, ਹੋਂਦ ਦੀ ਗੱਲ ਕਰਨ ਲੱਗ ਗਏ। ਕਿਉਂ? ਕਿਉਂਕਿ ਹਰ ਬੰਦੇ ਦੇ ਇਹ ਗੱਲ ਸਮਝ ਆ ਗਈ ਵੀ ਸਾਡੀ ਕੌਮੀਅਤ ਤੇ ਜਿਹੜਾ ਇਹਨਾਂ ਨੇ ਹਮਲਾ ਕੀਤਾ, ਸਾਡੇ ਸੱਭਿਆਚਾਰ ਤੇ ਹਮਲਾ ਕੀਤਾ। ਪੰਜਾਬ ਦੀ ਕੌਮੀਅਤ ਜਿਹੜੀ ਆ ਉਹ ਪੰਜਾਬੀ ਸਾਡੀ ਕੌਮੀਅਤ ਆ, ਔਰ ਇਹਦਾ ਸਾਨੂੰ ਡੈਮੋਕ੍ਰੈਟਿਕ ਹੱਕ ਆ ਇਹ ਕਹਿਣ ਦਾ ਵੀ ਅਸੀਂ ਪੰਜਾਬੀ ਆ। ਇੱਕ ਡੈਮੋਕ੍ਰੈਟਿਕ ਫੈਡਰਲ ਸਿਸਟਮ 'ਚ ਰਹਿੰਦੇ ਆ ਅਸੀਂ। ਜੇ ਫੈਡਰਲ ਸਿਸਟਮ 'ਚ ਰਹਿੰਦੇ ਆ ਤਾਂ ਉਹ ਇੱਕ ਬਹੁ ਕੌਮੀਅਤ ਮਲਟੀਕਲਚਰਲਿਜ਼ਮ ਵਾਲੀ ਜਿਹੜੀ ਸੁਸਾਇਟੀ ਆ, ਉਹਨੂੰ ਸੈਂਟਰ 'ਚ ਖਤਮ ਕਰੂਗਾ ਜਾਂ ਦਿੱਲੀ ਖਤਮ ਕਰੂਗੀ। ਅੱਜ ਤੁਸੀਂ ਇਹ ਦੇਖ ਲਓ, ਜਿਹੜੇ ਬੰਦੇ ਆਪਦੀ ਕੌਮੀਅਤ ਨੂੰ ਸਮਝ ਰਹੇ ਆ ਉਹ ਇਸ ਉਭਾਰ 'ਚ ਸ਼ਾਮਲ ਆ, ਜਿਹੜੇ ਨਹੀਂ ਸਮਝ ਰਹੇ ਉਹ ਇਸ ਉਭਾਰ 'ਚ ਸ਼ਾਮਲ ਨਹੀਂ ਆ। ਤੁਸੀਂ ਸ਼ੰਭੂ ਮੋਰਚੇ ਨੇ ਇੱਕ ਬਹੁਤ ਵੱਡੀ ਲੜਾਈ ਲੜੀ, ਜਿਹਦੇ ਕੌਮੀਅਤ ਦੇ ਅਹਿਸਾਸ ਨੂੰ ਸਮਝ ਕੇ ਉਹਨੂੰ ਜਿਉਂਦਾ ਰੱਖਿਆ। ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੈਨੂੰ ਆਰਐਸਐਸ ਦੇ ਆਗੂਆਂ ਦੇ ਫੋਨ ਆ ਗਏ, ਹਾਂਜੀ, ਇਹ ਗੱਲ ਕਿੰਨੀ ਕੁ ਸੱਚੀ ਹੈ? ਮੈਂ ਤੁਹਾਨੂੰ ਇਹਦਾ ਵੀ ਦੱਸਦਾ। ਕੁਝ ਲੋਕ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਕਲਾਕਾਰਾਂ ਵਾਲੀ ਗੱਲ ਆ, ਵੀ ਜਿਵੇਂ ਮਸ਼ਹੂਰੀ ਜੀ ਵਾਲੀ ਹੁੰਦੀ ਹੈ ਨਾ, ਕਿ ਬਈ ਭਾਈ ਸੰਕਟ ਪੈਦਾ ਹੋ ਗਿਆ, ਆਪਣੇ ਆਪ ਨੂੰ ਉਭਾਰਨ ਵਾਲੀ ਗੱਲ ਆ। ਇਹ ਤੁਹਾਨੂੰ ਸੱਚੀ ਫੋਨ ਆਏ, ਤੇ ਜੇਕਰ ਆਏ ਤਾਂ ਬੰਦੇ ਦਾ ਨਾਂ ਦੱਸਣੇ ਚਾਹੋਗੇ ਕਿ ਨਹੀਂ? ਨਹੀਂ, ਮੈਂ ਤੁਹਾਨੂੰ ਦੱਸਦਾ। ਹੁਣ ਜਦੋਂ ਆਰਐਸਐਸ ਦਾ ਮੈਂ ਕਿਹਾ ਫੋਨ ਆਇਆ, ਹੁਣ ਮੈਂ ਉਹਨਾਂ ਨਾਲ ਰਿਹਾ ਹੋਇਆ। ਗੱਲ ਕੀ ਹੁੰਦੀ ਆ? ਪਹਿਲੀ ਗੱਲ ਉਹ ਕੀ ਕਰਦੇ ਆ, ਉਹ ਤੁਹਾਨੂੰ ਚੁੱਪ ਕਰਾਉਂਦੇ ਆ। ਮੈਨੂੰ ਫੋਨ ਆਇਆ ਚੁੱਪ ਕਰਾਉਣ ਵਾਸਤੇ, ਮੈਨੂੰ ਕੋਈ ਸੋਲੂਸ਼ਨ ਦੇਣ ਵਾਸਤੇ ਥੋੜੀ ਆਇਆ। ਕੋਈ ਧਮਕੀ ਨਹੀਂ, ਧਮਕੀ ਵਾਲੇ ਪਾਸੇ ਤਾਂ ਨਹੀਂ ਤੁਰਨਗੇ ਮੇਰੇ ਨਾਲ, ਉਹਨਾਂ ਨੂੰ ਪਤਾ। ਸੋ ਮੈਨੂੰ ਇਸ ਕਰਕੇ ਆਇਆ ਕਿਉਂਕਿ ਮੇਰਾ ਉਹਨਾਂ ਨੂੰ ਲੱਗਦਾ ਮੇਰਾ ਰਿਲੇਸ਼ਨਸ਼ਿਪ ਆ। ਕਿਉਂਕਿ ਜਦੋਂ ਮੈਂ ਚੋਣਾਂ ਸਨੀ ਬਾਈ ਵਾਲੀਆਂ ਉਹਨਾਂ ਦੇ ਨਾਲ ਰਹਿ ਕੇ ਲੜੀਆਂ, ਤਾਂ ਕੁਝ ਬੰਦੇ ਡੈਫੀਨੇਟਲੀ ਮਿਲਦੇ ਹੋਣਗੇ, ਕੁਝ ਬੰਦਿਆਂ ਨਾਲ ਉੱਥੇ ਗੱਲਬਾਤ ਵੀ ਹੁੰਦੀ ਆ, ਤੇ ਉਹ ਬੰਦੇ ਬੀਜੇਪੀ ਨਾਲ ਜਾਂ ਆਰਐਸਐਸ ਨਾਲ ਰਿਲੇਟਡ ਆ। ਹੁਣ ਉਸ, ਜਿਵੇਂ ਮੈਂ ਨਾਂ ਦੱਸਦਾ, ਤਰੁਣ, ਉਹਦਾ ਫੋਨ ਆਇਆ। ਦੈਟ ਕਿਉਂ ਬੋਲੀ ਆ? ਤਰੁਣ ਕੌਣ ਨੇ ਇਹ? ਨਹੀਂ, ਹੁਣ ਆਪਾਂ ਬਾਹਲੇ ਇਸ 'ਚ ਨਾ ਪਈਏ। ਉਦੋਂ ਤਰੁਣ ਜਿਹੜੇ ਰਾਠੀ ਸਾਡੇ ਨਾਲ ਸੀ ਉੱਥੇ, ਹਨਾ? ਕਿਉਂ ਨਾ ਪਈਏ? ਕਿਉਂਕਿ ਅਗਲੇ ਤੇ ਵੀ ਫਿਰ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਆ, ਹਨਾ? ਇਹ ਗੱਲਾਂ ਇਹ ਆ ਵੀ ਕੋਈ ਵਿਚਾਰਾ ਉੱਥੇ ਕੰਮ ਕਰ ਰਿਹਾ ਤੇ ਉਹਨੂੰ ਆਪਾਂ ਫਸਾਤਾ।
ਹਨਾ, ਉਹਨੂੰ ਫਸਾਤਾ, ਉਹਨੂੰ 10 ਸਵਾਲ ਵੀ ਹੋਣਗੇ ਤੇ ਸਾਡੇ ਲੋਕਾਂ ਦਾ ਵੀ ਪਤਾ ਤੁਹਾਨੂੰ, ਕਿਉਂਕਿ ਕਈ ਗੱਲਾਂ ਨਾ ਇੰਨੀਆਂ ਕਿ ਪਰਦੇ 'ਚ ਚੰਗੀਆਂ ਲੱਗਦੀਆਂ ਹੁੰਦੀਆਂ। ਜਦੋਂ ਆਪਾਂ ਗੱਲ ਹੀ ਕਲੀਅਰ ਕਰਤੀ ਵੀ ਮੈਨੂੰ ਫੋਨ ਆਇਆ ਜੀ, ਤੇ ਫੋਨ ਇਸ ਕਰਕੇ ਆਇਆ ਵੀ ਉਹ ਕਹਿੰਦੇ ਚੁੱਪ ਕਰਕੇ ਬਹਿ ਜਾ, ਵੀ ਕਿਉਂ ਤੈਨੂੰ ਬੋਲਣ ਦਾ ਕੀ ਲੈਣਾ ਤੂੰ ਬੋਲ ਕੇ। ਤੇ ਮੈਂ ਇਹ ਗੱਲ ਜਾ ਕੇ ਜਨਤਕ ਇਸ ਕਰਕੇ ਕੀਤੀ ਵੀ ਦੇਖੋ ਤੁਸੀਂ ਕਿਸ ਤਰ੍ਹਾਂ ਇਹ ਜੇ ਮੈਨੂੰ ਆਇਆ ਤਾਂ ਹੋਰ ਬੰਦਿਆਂ ਨੂੰ ਵੀ ਆਉਣਗੇ ਫੋਨ। ਉਦਾਂ ਤੁਹਾਨੂੰ ਆਰਐਸਐਸ ਜਾਂ ਬੀਜੇਪੀ ਪੰਜਾਬ ਪੱਖੀ ਲੱਗਦੀ ਹੈ ਕਿ ਨਹੀਂ? ਕਦੇ ਵੀ ਨਹੀਂ। ਕੱਲੀ ਆਰਐਸਐਸ ਬੀਜੇਪੀ ਨਹੀਂ, ਜਿਹੜੀ ਪਾਰਟੀ ਵੀ ਸੈਂਟਰ ਤੋਂ ਦਿੱਲੀ ਤੋਂ ਚੱਲਦੀ ਆ ਉਹ ਕਦੇ ਪੰਜਾਬ ਪੱਖੀ ਨਹੀਂ ਹੋ ਸਕਦੀ। ਹੁਣ ਤੁਹਾਨੂੰ ਨਹੀਂ ਪੰਜਾਬ ਪੱਖੀ ਲੱਗ ਰਹੀ ਆ, ਉਦੋਂ ਵੀ ਨਹੀਂ ਸੀ ਲੱਗ ਰਹੀ ਜੋ ਤੁਸੀਂ ਸਨੀ ਦਿਓਲ ਹੋਰਾਂ ਦੇ ਨਾਲ ਉਹਨਾਂ ਦੇ ਪ੍ਰਚਾਰ ਦੇ ਵਿੱਚ ਅੱਗੇ ਬਹੁਤ ਵੱਡੀ ਭੂਮਿਕਾ ਅਦਾ ਕਰ ਰਹੇ ਸੀ, ਉਦੋਂ ਵੀ ਪੰਜਾਬ ਪੱਖੀ ਨਹੀਂ ਸੀ? ਹਾਂਜੀ, ਇਹ ਗੱਲ ਦੇਖੋ, ਇਹ ਤੁਹਾਡਾ ਵਧੀਆ ਸਵਾਲ ਆ, ਔਰ ਇਹ ਸਵਾਲ ਆਮ ਤੌਰ ਤੇ ਮੈਨੂੰ ਕੀਤਾ ਜਾਂਦਾ, ਪਰ ਮੈਂ ਤੁਹਾਨੂੰ ਕਿਉਂ ਕਿਹਾ ਵਧੀਆ, ਅਸੀਂ ਇੱਕ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਮੈਂ ਬੰਬੇ ਰਹਿੰਦਾ ਸੀ ਜੀ, ਬੰਬੇ ਰਹਿੰਦਾ ਸੀ, ਸਿਆਸਤ ਤੋਂ ਇੱਕ ਦੂਰੀ ਬਣ ਜਾਂਦੀ ਹੈ ਜਦੋਂ ਤੁਸੀਂ ਉਹ ਜਿਹੇ ਸ਼ਹਿਰ 'ਚ ਰਹਿੰਦੇ ਹੋ, ਔਰ ਪੰਜਾਬ ਦੀ ਸਿਆਸਤ ਤੋਂ। ਪੰਜਾਬ ਦੀ ਸਿਆਸਤ ਕਿਹੋ ਜਿਹੀ ਹੋਣੀ ਚਾਹੀਦੀ ਆ, ਹਨਾ, ਤੇ ਇੱਕ ਉਹ ਮਾਹੌਲ ਵੱਖਰਾ ਹੁੰਦਾ ਉੱਥੇ। ਤੁਹਾਨੂੰ ਪੰਜਾਬ ਦਾ ਗਰਾਊਂਡ ਲੈਵਲ ਦੀ ਸਿਚੁਏਸ਼ਨ ਦਾ ਨਹੀਂ ਪਤਾ ਲੱਗ ਸਕਦਾ ਜਦੋਂ ਤੱਕ ਇੱਥੇ ਗਰਾਊਂਡ ਲੈਵਲ ਤੇ ਮੈਂ ਨਹੀਂ ਆਇਆ, ਮੈਨੂੰ ਵੀ ਨਹੀਂ ਪਤਾ ਲੱਗਿਆ। ਅੱਛਾ, ਪਰ ਪਹਿਲੀ ਵਾਰੀ ਮੇਰਾ ਜਦੋਂ ਆਪਾਂ ਰਾਹ ਪਏ ਜਾਣੀ ਹੈ ਜਾਂ ਵਾਹ ਪਏ ਜਾਣੀ ਹੈ ਉਦੋਂ ਪਿਆ ਜਦੋਂ ਮੈਂ ਚੋਣਾਂ 'ਚ ਆਇਆ ਪੰਜਾਬ 'ਚ। ਚੋਣਾਂ 'ਚ ਆ ਕੇ ਮੈਨੂੰ ਅਸਲ ਤੌਰ ਤੇ ਨਤਾਰਾ ਗੱਲਾਂ ਦਾ ਉਦੋਂ ਹੋਇਆ ਵੀ ਯਾਰ ਇਹ ਤਾਂ ਗੱਲਾਂ ਹੀ ਹੋਰ ਕਰਦੇ ਆ, ਇਹ ਤਾਂ ਸਾਡੀ ਕੌਮੀਅਤ ਦੇ ਹੀ ਅਗੇਂਸਟ ਗੱਲਾਂ ਕਰਦੇ ਆ। ਪੰਜਾਬ ਦੇ ਜਿਹੜੀ ਇੱਕ ਸਾਡੀ ਐਗਜ਼ਿਸਟੈਂਸ ਆ, ਵਿਲੱਖਣਤਾ, ਆਪਦੀ ਆਈਡੈਂਟੀਟੀ ਆ, ਇਹ ਤਾਂ ਉਹਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਆ। ਹੁਣ ਤੁਹਾਨੂੰ ਅਫਸੋਸ ਹੈਗਾ ਇਸ ਚੀਜ਼ ਦਾ ਵੀ ਉਸ ਵੇਲੇ ਤੁਹਾਨੂੰ ਇਹ ਬੜੇ ਚੰਗੇ ਲੱਗਦੇ ਸੀ? ਗਲਤੀ ਨਹੀਂ ਜੀ, ਨਹੀਂ, ਦੇਖੋ ਚੰਗੇ ਮੈਨੂੰ ਕਦੇ ਨਹੀਂ ਲੱਗੇ ਜੀ, ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ। ਅਫਸੋਸ ਹੈ? ਨਹੀਂ, ਇੱਕ ਮਿੰਟ, ਆਪਾਂ ਆਉਣੇ ਆ, ਪਹਿਲਾਂ ਗੱਲ ਪੂਰੀ ਕਰਦੇ ਆ। ਚੰਗੇ ਮੈਨੂੰ ਕਦੇ ਨਹੀਂ ਲੱਗੇ। ਮੈਂ ਆਇਆ ਸੀ ਤੇ ਮੈਂ ਹਮੇਸ਼ਾ ਹਰ ਇੰਟਰਵਿਊ 'ਚ ਮੈਂ ਕਦੇ ਨਹੀਂ ਕਿਹਾ ਬੀਜੇਪੀ ਨੂੰ ਵੋਟ ਪਾਓ, ਜਾਂ ਬੀਜੇਪੀ ਦਾ ਕੋਈ ਪੱਟਾ ਆਪਦੇ ਗਲ 'ਚ ਪਾਇਆ ਹੋਵੇ, ਜਾਂ ਬੀਜੇਪੀ ਦਾ ਉਹ ਜਿਹੜਾ ਇਹਨਾਂ ਦਾ ਪਰਨਾ ਜਾਂ ਹੁੰਦਾ ਹਨਾ, ਜਾਂ ਕੋਈ ਸਟਿੱਕਰ ਹੀ ਲਾ ਕੇ ਕਿਤੇ ਇੰਟਰਵਿਊ ਦਿੱਤੀ ਹੋਵੇ, ਕਦੇ ਵੀ ਨਹੀਂ। ਹਮੇਸ਼ਾ ਕਿਹਾ ਸਨੀ ਬਾਈ ਨੂੰ ਵੋਟ ਪਾਓ ਕਿਉਂਕਿ ਮੇਰਾ ਭਰਾ, ਤੇ ਮੈਂ ਕਿਹਾ ਯਾਰ ਇਹਨੂੰ ਜਿਤਾਓ ਬਾਈ ਨੂੰ, ਠੀਕ ਹੈ। ਪਰ ਉਹ ਬੰਦਿਆਂ ਨੂੰ ਵਰਤਦੇ ਆ। ਹੁਣ ਸਨੀ ਬਾਈ ਨੂੰ ਵੀ ਵਰਤ ਲਿਆ ਗਿਆ ਬੀਜੇਪੀ, ਸਾਨੂੰ ਬਿਲਕੁਲ, ਸਾਨੂੰ ਸਮਝ ਇਸ ਗੱਲ ਦੀ ਬਾਅਦ ਚ ਆਈ। ਹੁਣ ਗੱਲ ਆਏ ਆ ਵੀ ਆਪਾਂ ਅੱਜ ਕਹਿ ਦਈਏ ਅਫਸੋਸ ਆ, ਆਏ ਤਾਂ ਆਪਾਂ ਅਫਸੋਸ ਤਾਂ ਸਾਨੂੰ ਬਹੁਤ ਚੀਜ਼ਾਂ ਦਾ ਹੁੰਦਾ ਜ਼ਿੰਦਗੀ 'ਚ, ਪਰ ਸਾਨੂੰ ਸਮਝ ਨਹੀਂ ਹੁੰਦੀ ਉਸ ਵੇਲੇ ਜਦੋਂ ਸਾਨੂੰ ਪੂਰਨ ਤੌਰ ਤੇ ਇੱਕ ਗੱਲ ਦੀ ਸਮਝ ਆਉਂਦੀ ਹੈ। ਅਣਜਾਣ ਸੀ ਉਦੋਂ, ਕਹਿਣ ਦਾ ਭਾਵ ਇਹ ਆ ਤੁਹਾਨੂੰ ਨੀਤੀਆਂ ਦਾ ਇਹ ਨਹੀਂ ਪਤਾ ਸੀ, ਪਰਦੇ ਦੇ ਪਿੱਛੇ ਕੀ ਚੱਲ ਰਿਹਾ ਤੁਹਾਨੂੰ ਇਹ ਨਹੀਂ ਪਤਾ ਸੀ। ਕਿਉਂਕਿ ਜਦੋਂ ਤੱਕ ਤੁਸੀਂ ਵਿਚਰੋ ਨਾ ਜਦੋਂ ਤੱਕ ਤੁਸੀਂ ਉਸ ਮਾਹੌਲ ਜਾਂ ਉਹਨਾਂ ਲੋਕਾਂ ਨਾਲ ਤੁਹਾਡਾ ਵਾਹ ਨਹੀਂ ਪੈਂਦਾ, ਉਦੋਂ ਤੱਕ ਤੁਹਾਨੂੰ ਲੱਗਦਾ ਵੀ ਸਿਚੁਏਸ਼ਨ ਇੰਨੀ ਗੰਭੀਰ ਨਹੀਂ ਹੈ ਯਾਰ, ਗੱਲਾਂ ਬਾਤਾਂ ਨਾਲ ਸੁਲਝਾਈ ਜਾ ਸਕਦੀ ਹੈ। ਪਰ ਅੱਜ ਹਾਂਜੀ ਹਾਂ ਜੀ, ਪਰ ਅੱਜ ਤੋਂ ਜਦੋਂ ਗਰਾਊਂਡ ਲੈਵਲ ਤੇ ਜਦੋਂ ਵਿਚਰੇ ਤੇ ਗਰਾਊਂਡ ਲੈਵਲ ਤੇ ਆ ਕੇ ਗੱਲ ਇਹ ਸਮਝ ਆਉਂਦੀ ਆ ਵੀ ਯਾਰ ਪੰਜਾਬ ਦੀਆਂ ਜੋ ਲੋੜਾਂ ਜਾਂ ਪੰਜਾਬ 'ਚ ਜੋ ਨੀਤੀਆਂ ਚਾਹੀਦੀਆਂ ਔਰ ਦਿੱਲੀ ਜੋ ਨੀਤੀਆਂ ਡਿਸਾਈਡ ਕਰਦੀ ਆ, ਉਹ ਹਮੇਸ਼ਾ ਹੀ ਕੰਟਰਰੀ ਹੋਣਗੀਆਂ, ਉਹਨਾਂ 'ਚ ਕਲੈਸ਼ ਕਨਫਲਿਕਟ ਰਹੂਗਾ, ਉਹ ਕਦੇ ਵੀ ਇੱਕ ਨਹੀਂ ਹੋ ਸਕਦੀਆਂ। ਭਾਈ ਜੀ ਇੱਕ ਗੱਲ ਦਿਲੀ ਤੌਰ ਦੇ ਉੱਤੇ ਦੱਸਿਓ, ਖੁੱਲ ਕੇ ਦੱਸਿਓ, ਹਰ ਬੰਦਾ ਆਪਦੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਜਵਾਬ ਜ਼ਰੂਰ ਦਿੰਦਾ, ਤੁਹਾਨੂੰ ਇਉਂ ਲੱਗਦਾ ਵੀ ਸਨੀ ਦਿਓਲ ਨੂੰ ਭਾਵੇਂ ਵਰਤ ਗਏ, ਤੁਸੀਂ ਅਣਜਾਣਤਾ ਦੇ ਵਿੱਚ ਪ੍ਰਚਾਰ ਕਰੀ ਗਏ, ਜਿਵੇਂ ਵੀ ਹੋਇਆ, ਪਰ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਦੇ ਉੱਤੇ ਵਿਪਤਾ ਆਣ ਪਈ ਆ, ਉਦੋਂ 2.5 ਕਿਲੋ ਦੇ ਹੱਥ ਵਾਲੇ ਸਨੀ ਦਿਓਲ ਨੂੰ, ਜਿਹੜਾ ਤਾਰਾ ਸਿੰਘ ਬਣ ਕੇ ਨਲਕਾ ਵੀ ਪਟਦਾ, ਉਹ ਸਨੀ ਦਿਓਲ ਨੂੰ ਪੰਜਾਬ ਦੇ ਵਿੱਚ ਆ ਕੇ ਗੁਰਦਾਸਪੁਰ ਦੇ ਲੋਕਾਂ ਨਾਲ ਖੜਨਾ ਚਾਹੀਦਾ ਸੀ, ਉਹਨੂੰ ਪੰਜਾਬ ਦੇ ਹੱਕ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ। ਤੁਹਾਨੂੰ ਲੱਗਦਾ ਇਹ ਹੋਣਾ ਚਾਹੀਦਾ ਸੀ? ਦੇਖੋ ਸਨੀ ਬਾਈ ਦਾ ਜਿਹੜਾ ਰੁਤਬਾ ਨਾ, ਉਹ ਕੱਲਾ ਗੁਰਦਾਸਪੁਰ ਤੱਕ ਲਿਮਿਟਿਡ ਨਹੀਂ ਹੈ, ਸਾਰੇ ਲੋਕਾਂ ਨੇ ਵੋਟਾਂ ਤਾਂ ਉਹਨਾਂ ਨੂੰ ਪਾਈਆਂ ਨਾ। ਬਾਈ ਜੀ ਇੱਕ ਮਿੰਟ, ਆਪਾਂ ਪੂਰੀ ਗੱਲ ਤਾਂ ਕਰੀਏ ਨਾ, ਐ ਤਾਂ ਵਿੱਚ ਦੀ ਹੁਣ ਤੁਸੀਂ ਗੱਲ ਕਹੀ ਮੈਂ ਦੱਸਦਾ, ਉਹਨਾਂ ਦਾ ਰੁਤਬਾ ਸਾਰੇ ਪੰਜਾਬ 'ਚ ਔਰ ਪੰਜਾਬ ਤੋਂ ਬਾਹਰ ਬਹੁਤ ਵੱਡਾ, ਪਰ ਉਹਨਾਂ ਦੀ ਪਛਾਣ ਆ ਜਿਹੜੀ ਉਹ ਪੰਜਾਬ ਦੇ ਪੁੱਤ ਦੇ ਤੌਰ ਤੇ ਕੀਤੀ ਜਾਂਦੀ ਹੈ। ਬਿਲਕੁਲ ਸਹੀ। ਜਦੋਂ ਪੰਜਾਬ ਦੇ ਪੁੱਤ ਦੇ ਤੌਰ ਤੇ ਕੀਤੀ ਜਾਂਦੀ ਹੈ ਨਾ, ਤੇ ਚਾਹੇ ਪਾਰਟੀ ਇੱਕ ਪਾਸੇ ਖੜੀ ਹੋਵੇ ਔਰ ਪਾਰਟੀ ਦੀ ਨੀਤੀ ਗਲਤ ਹੋਵੇ, ਇਹ ਵੀ ਪਤਾ, ਫਿਰ ਸਨੀ ਬਾਈ ਨੂੰ ਵੀ ਇਹ ਮੈਂ ਮੰਨਦਾ ਚਾਹੀਦਾ ਇਹ ਸੀ ਆਪਦੇ ਲੋਕਾਂ ਨਾਲ, ਆਪਦੀ ਧਰਤੀ ਨਾਲ ਖੜਨ ਜਾਂ ਵਫਾਦਾਰੀ ਨਿਭਾਉਣਾ। ਹੁਣ ਉਹ ਇਹ ਤਾਂ ਪਰਸਨਲ ਗੱਲ ਹੋ ਗਈ ਨਾ, ਉਹਨਾਂ ਦੀ ਕਿਉਂ ਨਹੀਂ ਕੀਤਾ, ਇਹ ਤਾਂ ਪਰਸਨਲ ਹੋ ਗਈ। ਤੁਸੀਂ ਬਤੌਰ ਮਿੱਤਰ, ਬਤੌਰ ਪਰਿਵਾਰਕ ਸਾਂਝ ਦੇ ਨਾਤੇ ਉਹਨਾਂ ਨੂੰ ਕਿਹਾ ਕਦੇ ਫੋਨ ਕਰਕੇ ਵੀ ਸਨੀ ਬਾਈ ਲੋੜ ਆ ਹੁਣ, ਜੇ ਹੁਣ ਨਾ ਆਏ ਤਾਂ ਫਿਰ ਕਦੋਂ ਆਵਾਂਗੇ? ਦੇਖੋ ਅੱਜ ਕੱਲ ਤਾਂ ਮੇਰੀ ਗੱਲ ਨਹੀਂ ਹੁੰਦੀ, ਗੁੱਸੇ ਉਹ? ਹਾਂ ਗੁੱਸੇ ਹੋ ਗਏ ਇਸ ਗੱਲ ਤੋਂ ਵੀ ਮੈਂ ਇੱਕ ਸਟੈਂਡ ਲੈ ਗਿਆ ਹਨਾ,
ਔਰ ਆ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਐਂ ਲੱਗਦਾ ਵੀ ਮੇਰੀ ਗੱਲ ਕਿਉਂ ਕੀਤੀ ਜਾ ਰਹੀ ਹੈ, ਪਰ ਤੁਸੀਂ ਸਵਾਲ ਪੁੱਛਦੇ ਹੋ ਮੈਨੂੰ ਜਵਾਬ ਦੇਣਾ ਪੈਂਦਾ। ਗੱਲ ਐ ਆ ਵੀ ਮੈਂ ਇੱਥੇ ਆਉਣ ਤੋਂ ਪਹਿਲਾਂ ਮਿਲਿਆ ਸੀ ਉਹਨਾਂ ਨੂੰ। ਇੱਕ ਦਿਨ ਮੈਂ ਇਹ ਗੱਲ ਕਹੀ ਵੀ ਤੁਸੀਂ ਜੇ ਪਾਰਟੀ ਕੋਈ ਗਲਤ ਨੀਤੀ ਬਣਾਉਂਦੀ ਆ ਨਾ ਤੇ ਤੁਸੀਂ ਉਹਦਾ ਖੰਡਨ ਕਰੋ, ਔਰ ਇਸ ਵੇਲੇ ਜੇ ਤੁਸੀਂ ਕਿਸਾਨਾਂ ਦੇ ਨਾਲ ਖੜ ਜਾਓਗੇ ਤੁਹਾਨੂੰ ਸੋਚ ਨਹੀਂ ਸਕਦੇ ਲੋਕ ਪਿਆਰ ਕਿੰਨਾ ਕਰਦੇ ਆ ਤੇ ਤੁਹਾਨੂੰ ਕਿੱਥੇ ਬਿਠਾ ਲੈਣਗੇ। ਜੀ ਬਿਲਕੁਲ। ਸੋ ਕਹਿੰਦੇ ਠੀਕ ਆ, ਮੈਂ ਦੇਖਦਾ, ਮੈਂ ਪੜ੍ਹਦਾ, ਮੈਂ ਸਮਝਣਾ ਚਾਹੂੰਗਾ ਜਿਹੜੇ ਬਿੱਲ ਆ। ਉਦੋਂ ਬਾਅਦ ਮੈਂ ਪੰਜਾਬ ਆ ਗਿਆ। ਫਿਰ ਉਦੋਂ ਬਾਅਦ ਉਹਨਾਂ ਨੇ ਸਮਝੇ ਨਹੀਂ ਸਮਝੇ ਮੈਨੂੰ ਨਹੀਂ ਪਤਾ। ਤੁਸੀਂ ਪਤਾ ਵੀ ਨਹੀਂ ਕੀਤਾ? ਨਹੀਂ, ਮੈਂ ਪਤਾ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਗੱਲ ਕਰਨ ਦੀ, ਪਰ ਹੁਣ ਰਿਸ਼ਤਾ ਵਾਲਾ ਸਿਖਾਵਾਂ ਨਹੀਂ ਰਿਹਾ ਇਸੇ ਗੱਲ ਤੇ। ਕਿਉਂਕਿ ਦੇਖੋ ਦੇ ਟਵੀਟ ਇਹ ਸਾਰਾ ਕੁਝ ਸਾਫ਼ ਕਰ ਦਿੰਦੇ ਨੇ ਕਿ ਉਹਨਾਂ ਨੇ ਕਿੰਨਾ ਕਿਹਨਾਂ ਨੂੰ ਸਮਝਿਆ ਤੇ ਕਿੰਨਾ ਕੋ ਵਾਕਈ ਇਹਦੇ ਵਿਰੋਧ ਦੇ ਵਿੱਚ ਨੇ। ਹਾਂਜੀ, ਹੁਣ ਗੱਲ ਆਏ ਆ ਵੀ ਜਦੋਂ ਇਹ ਤਾਂ ਹੁਣ ਤੁਹਾਨੂੰ ਤੇ ਮੈਨੂੰ ਉਨੀ ਕੀ ਜਾਣਕਾਰੀ ਆ ਇੱਕ ਟਵੀਟ ਤੋਂ, ਜਿੰਨੀ ਤੁਹਾਨੂੰ ਆ ਉਨੀ ਮੈਨੂੰ ਆ, ਕਿਉਂਕਿ ਮੇਰੀ ਵੀ ਗੱਲ ਇਸ ਤੇ ਹੋ ਨਹੀਂ ਸਕੀ। ਅਦਰਵਾਈਜ਼ ਮੈਂ ਉਹਨਾਂ ਨੂੰ ਕਹਿਣਾ ਸੀ ਲੋੜ ਹੈਗੀ ਆ, ਔਰ ਤੁਹਾਡੇ ਵਰਗੇ ਬੰਦੇ ਦੀ ਬਹੁਤ ਲੋੜ ਆ। ਤੁਸੀਂ ਅੱਜ ਤੱਕ ਲੋਕਾਂ ਦੇ ਨਾਲ ਖੜੇ ਹੋ ਤੇ ਹੁਣ ਤਾਂ ਜ਼ਰੂਰਤ ਆ, ਲੋਕਾਂ ਨੇ ਤੁਹਾਨੂੰ ਪਿਆਰ ਬਹੁਤ ਦਿੱਤਾ, ਸੋ ਗਿਵ ਇਟ ਬੈਕ ਲਿਟਲ ਬਿਟ ਟੂ ਪੀਪਲ ਯੂ نو। ਪਰ ਹੁਣ ਇਹ ਗੱਲ ਆ ਇਹੀ ਇੱਥੇ ਹੀ ਤਾਂ ਆ ਕੇ ਦੇਖੋ, ਉਹ ਮਰਾਠਵਾੜਾ 'ਚ ਰਹੇ ਆ, ਉਹਨਾਂ ਦੀ ਸਮਝ, ਅਸੀਂ ਪੰਜਾਬ 'ਚ ਜੰਮੇ ਪਲੇ ਆ ਹਨਾ, ਸਾਨੂੰ ਸਾਡੇ ਪੰਜਾਬ ਦੀ ਸਾਡੀ ਸੱਭਿਆਚਾਰ ਦੀ ਜ਼ਿਆਦਾ ਸਮਝ ਹੋਊਗੀ, ਉਹਨਾਂ ਨੂੰ ਉਸ ਲੈਵਲ ਤੇ ਨਹੀਂ ਆ ਸਮਝ। ਇਹ ਗੱਲ ਤਾਂ ਮੈਂ ਮੰਨਦਾ, ਪਰ ਫਿਰ ਵੀ ਜਦੋਂ ਸਾਰਾ ਪੰਜਾਬ ਅੱਜ ਬਾਹਰ ਆ, ਸਾਰਾ ਪੰਜਾਬ ਸੜਕਾਂ ਤੇ ਧਰਨਿਆਂ ਤੇ ਮੋਰਚਿਆਂ 'ਚ ਬੈਠਾ, ਕਾਰਨ ਤਾਂ ਹੋਊ ਨਾ ਕੋਈ। ਲੋਕ ਐਡੇ ਕਮਲੇ ਤਾਂ ਨਹੀਂ ਆ, ਜੇ ਉੱਥੇ ਆ ਕੇ ਲੋਕਾਂ ਦੀ ਗੱਲ ਹੀ ਨਾ ਸੁਣੀ ਜਾਵੇ ਜਾਂ ਸਰਕਾਰ ਗੱਲ ਹੀ ਨਾ ਕਰੇ, ਔਰ ਅੱਜ ਉਹ ਸਰਕਾਰ ਦੀ ਨੁਮਾਇੰਦਗੀ ਤਾਂ ਕਰ ਰਹੇ ਆ ਨਾ ਇੱਕ ਹਿੱਸੇ 'ਚ। ਬਿਲਕੁਲ ਸਹੀ। ਸੋ ਮੈਨੂੰ ਲੱਗਦਾ ਸੀ ਵੀ ਇਹ ਆ ਕੇ ਲੋਕਾਂ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ, ਵਿਚਰਨਾ ਚਾਹੀਦਾ ਸੀ। ਇਹ ਮੇਰੀ ਆਪਦੀ ਪਰਸਨਲ ਸਮਝ ਆ। ਬਿਲਕੁਲ ਸਹੀ ਹੈ। ਹਾਂਜੀ। ਤੇ ਤੁਹਾਨੂੰ ਲੱਗਦਾ ਹੈ ਕਿ ਜੋ ਇਸ ਵੇਲੇ ਸਨੀ ਦਿਓਲ ਹੋਰਾਂ ਨੇ ਕਦਮ ਚੁੱਕਿਆ ਇਹਦੇ ਦੂਰ ਰੱਸੀ ਸਿੱਟੇ ਉਹਨਾਂ ਦੇ ਲਈ ਵੀ ਮਾੜੇ ਸਾਬਤ ਹੋ ਸਕਦੇ ਨੇ? ਨਹੀਂ ਜੀ, ਇਸ ਗੱਲ ਤੇ ਦੇਖੋ ਹੁਣ ਸਿੱਟੇ ਮਾੜੇ ਚੰਗਿਆਂ ਬਾਰੇ ਮੈਨੂੰ ਨਹੀਂ ਪਤਾ ਜੀ। ਕਿਉਂਕਿ ਉਹ ਆਪਦੀ ਸਮਝ ਦੇ ਹਿਸਾਬ ਨਾਲ ਜੋ ਉਹਨਾਂ ਨੇ ਸਮਝ ਆਈ ਉਸ ਹਿਸਾਬ ਨਾਲ ਵਿਚਰ ਰਹੇ ਆ, ਮੈਂ ਆਪਦੀ ਸਮਝ ਨਾਲ ਵਿਚਰ ਰਿਹਾ ਹਨਾ। ਬਹੁਤ ਲੋਕ ਮੈਨੂੰ ਕਹਿੰਦੇ ਆ ਤੇਰੇ ਸਿੱਟੇ ਬੜੇ ਮਾੜੇ ਹੋਣਗੇ, ਕਿਉਂਕਿ ਮੇਰੇ ਤਾਂ ਤੁਸੀਂ ਦੇਖੋ ਜਿੱਥੇ ਬੈਠਾ ਅੱਜ, ਮੈਂ ਅੱਜ ਤੱਕ 10 ਸਾਲ ਆਪਦੀ ਜ਼ਿੰਦਗੀ ਦੇ ਬੰਬੇ ਲਾਏ ਆ। ਸੋ ਇਹਦਾ ਮਤਲਬ ਮੇਰੀ ਯਾਰੀ ਦੋਸਤੀ ਮਿੱਤਰਤਾ ਇੱਕ ਸਰਕਲ ਸਾਰਾ ਉੱਥੇ ਸੀ, ਉਹ ਸਾਰਾ ਟੁੱਟ ਗਿਆ ਹੈਨਾ। ਇਕੱਲੇ ਇੱਥੇ ਹੀ ਨਹੀਂ, ਹੋਰ ਵੀ ਫਿਲਮ ਇੰਡਸਟਰੀ 'ਚ ਜਦੋਂ ਲੋਕਾਂ ਤੱਕ ਗੱਲ ਪਹੁੰਚੀ ਉਹਨਾਂ ਨੂੰ ਐਂ ਲੱਗਦਾ ਅਸੀਂ ਬਾਗੀ ਹੋਏ ਫਿਰਦੇ ਆ ਹਨਾ। ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਕੋਈ ਰੈਡੀਕਲ ਗੱਲਾਂ ਕਰੀ ਜਾਂਦੇ ਆ, ਤੇ ਮੇਰੇ ਨਾਲੋਂ ਤਾਂ ਉਹਨਾਂ ਨੇ ਇੱਕ ਦੂਰੀ ਬਣਾ ਲਈ ਵੀ ਇਹ ਤਾਂ ਕਿਸੇ ਹੋਰ ਪਾਸੇ ਨੂੰ ਤੁਰ ਪਿਆ ਹਨਾ। ਸੋ ਇਸੇ ਕਰਕੇ ਮੈਂ ਕਹਿੰਦਾ ਇੱਕ ਮਹਾਨਗਰ 'ਚ ਬੈਠੇ ਬੰਦੇ ਦੀ ਸਮਝ ਤੇ ਇੱਕ ਪੰਜਾਬ 'ਚ ਵੱਟ ਤੇ ਬੈਠੇ ਬੰਦੇ ਦੀ ਸਮਝ 'ਚ ਬਹੁਤ ਵੱਡਾ ਫਰਕ ਹੁੰਦਾ। ਵੈਸੇ ਵੀ ਇੱਕ ਨਾ ਬਾਈ ਜੀ ਇਹ ਹੈਰਾਨ ਕਰਨ ਵਾਲੀ ਗੱਲ ਆ ਵੀ ਪਤਾ ਨਹੀਂ ਕਿਉਂ ਕੁਰਸੀ ਜਾਂ ਪਾਰਟੀ ਜਿਹੜੀ ਆ ਉਹ ਵੱਡੀ ਲੱਗਣ ਲੱਗ ਪੈਂਦੀ ਤੇ ਸੂਬੇ ਤੇ ਦੇਸ਼ ਦੇ ਹਿੱਤ ਛੋਟੇ ਲੱਗਣ ਲੱਗ ਜਾਂਦੇ ਆ। ਇਹ ਮੈਂ ਕਦੇ ਕਦੇ ਅਕਸ਼ੇ ਕੁਮਾਰ ਨਾਲ ਵੀ ਗੱਲ ਜੋੜ ਕੇ ਦੇਖਦਾ, ਉਹ ਅੰਬਾਂ ਬਾਰੇ ਤਾਂ ਪੁੱਛਦੇ ਆ ਵੀ ਭਾਈ ਤੁਹਾਨੂੰ ਅੰਬ ਕਿਵੇਂ ਲੱਗਦੇ ਆ, ਤੁਹਾਨੂੰ ਚੁਟਕਲੇ ਚੰਗੇ ਲੱਗਦੇ ਕਿ ਨਹੀਂ, ਪਰ ਜਦੋਂ ਦੇਸ਼ ਦੀ ਸੂਬੇ ਦੀ ਗੱਲ ਆਉਂਦੀ ਆ ਉਦੋਂ ਚੁੱਪ। ਇਹ ਬਹੁਤ ਸਾਰੇ ਕਲਾਕਾਰ ਆ ਜਿਹੜੇ ਭੇਤ ਭਰੀਆਂ ਗੱਲਾਂ ਜੀਆਂ ਕਰ ਜਾਂਦੇ ਆ। ਅਸੀਂ ਚਾਹੁੰਦੇ ਆ ਵੀ ਸਾਰੇ ਨਿੱਠ ਕੇ ਮਨੁੱਖ ਦੇ ਨਾਤੇ ਦੇਸ਼ ਦੀ ਆਬੋ ਹਵਾ ਦੇ ਵਿੱਚ ਸਾਹ ਲੈਣ ਵਾਲੇ ਵਿਅਕਤੀ ਦੇ ਨਾਤੇ ਗੱਲਾਂ ਬਾਤਾਂ ਕਰਨ। ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਦੇ ਸੰਸਦ ਮੈਂਬਰ, ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਉੱਤੇ ਦੋਸ਼ ਲਾਇਆ। ਉਹ ਕਹਿੰਦੇ ਵੀ ਸ਼ੰਭੂ ਵਾਲੇ ਮੋਰਚੇ ਦੇ ਵਿੱਚ ਤਾਂ ਖਾਲਿਸਤਾਨ ਦੇ ਨਾਅਰੇ ਲੱਗਦੇ ਆ। RSS ਇਹ ਗੱਲ ਪਹਿਲਾਂ ਹੀ ਕਹਿ ਚੁੱਕੀ ਆ, BJP ਇਹ ਗੱਲ ਪਹਿਲਾਂ ਹੀ ਕਹਿੰਦੀ ਵੀ ਇਹ ਕਿਸਾਨ ਕਸੂਨ ਨਹੀਂ ਹੈਗੇ। ਕਿੰਨਾ ਕੁ ਸਹਿਮਤ ਹੋ? ਦੇਖੋ ਗੱਲ ਆਏ ਆ ਬਾਈ, ਜਦੋਂ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਇਹ ਜਿਹੜੇ ਆਪਦੇ ਬੰਦੇ ਸਾਡੇ ਆ ਨਾ, ਪੰਜਾਬ ਦਾ ਕੋਈ ਵੀ ਬੰਦਾ ਆਗੂ, ਮੈਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਹੁਣ ਵੀ ਸਾਡੀ ਲੜਾਈ ਉਹਨਾਂ ਨਾਲ ਹੈ ਹੀ ਨਹੀਂ। ਉਹ ਜੋ ਕਹਿੰਦੇ ਆ ਸਿਰ ਮੱਥੇ, ਉਹਦੇ ਤੇ ਕੋਈ ਗੱਲ ਆਪਾਂ ਉਹਨਾਂ ਨੂੰ ਮੋੜ ਕੇ ਜਵਾਬ ਹੀ ਨਹੀਂ ਦਿੰਦੇ ਵੀ ਕੋਈ ਨਹੀਂ ਜੀ, ਜੋ ਤੁਸੀਂ ਅੱਜ ਤੁਹਾਨੂੰ ਜਿਵੇਂ ਲੱਗਦਾ, ਜਿਵੇਂ ਤੁਹਾਡੀ ਸਮਝ ਆ, ਉਹ ਸਿਰ ਮੱਥੇ ਆ ਹਨਾ। ਸਾਡੀ ਲੜਾਈ ਆ ਦਿੱਲੀ ਨਾਲ। ਦਿੱਲੀ ਤੋਂ ਕੋਈ ਕਹਿ ਕੇ ਦਿਖਾਵੇ ਮੈਨੂੰ ਕੁਛ, ਦੇਖੋ ਫਿਰ ਕਿਵੇਂ ਮੈਂ ਉਹਦੇ ਕੱਪੜੇ ਲਾਉਣਾ। ਗੱਲ ਇੱਥੇ ਆਉਂਦੀ ਆ। ਹੁਣ ਅਗਲੀ ਗੱਲ, ਜਦੋਂ BJP ਜਾਂ RSS ਇਹ ਕਹਿ ਰਹੀ ਆ ਵੀ ਇਹ ਤਾਂ ਅਰਬਨ ਨੈਕਸਲਾਈਟ ਆ, ਇਹ ਇੱਕ ਨਾ ਤੁਹਾਡੀ ਦਿਸ਼ਾ ਬਦਲਣ ਦੇ ਯਤਨ ਹੁੰਦੇ ਆ। ਤੁਹਾਡਾ ਸੰਘਰਸ਼ ਕਮਜ਼ੋਰ ਕਿਵੇਂ ਕਰਦੇ ਆ, ਤੁਹਾਨੂੰ ਤੁਹਾਡੇ ਟੀਚੇ ਤੋਂ ਭਟਕਾ ਦਿੰਦੇ ਆ ਹਨਾ। ਅਗਲਾ ਦੇਖਿਓ ਕੀ ਕਹਿਣਗੇ, ਅਗਲੇ ਕਹਿਣਗੇ ਖਾਲਿਸਤਾਨੀ ਆ ਹਨਾ। ਹੁਣ ਖਾਲਿਸਤਾਨ ਦੀ ਜੇ ਆਪਾਂ ਗੱਲ ਕਰਦੇ ਆ, ਉਹ ਇੱਕ ਪੀਪਲਜ਼ ਐਸਪੀਰੇਸ਼ਨ ਆ। ਐਸਪੀਰੇਸ਼ਨ ਸਮਝਦੇ ਹੋ, ਭਾਵਨਾ ਇੱਕ। ਜਦੋਂ ਪੰਜਾਬ ਨੂੰ, ਜਦੋਂ ਇਹ ਕਹਿ ਰਹੇ ਅੱਜ ਹਿੰਦੂ ਰਾਸ਼ਟਰ ਦੀ ਗੱਲ, ਉਦੋਂ ਇਹਨਾਂ ਤੇ ਕਿਉਂ ਨਹੀਂ ਕੋਈ ਸਵਾਲ ਕਰਦਾ? ਅਸੀਂ ਕਿੱਥੇ ਜਾਈਏ ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ
ਜਦੋਂ ਪੰਜਾਬ ਨੂੰ ਲੱਗਦਾ ਸਾਡੇ ਨਾਲ ਵਿਤਕਰਾ ਹੋ ਰਿਹਾ, ਸੱਭਿਆਚਾਰਕ, ਆਰਥਿਕ, ਸਾਡੇ ਨਾਲ ਵਿਚਾਰਧਾਰਕ, ਸਾਡੇ ਨਾਲ ਹਰ ਤਰ੍ਹਾਂ ਦਾ ਵਿਤਕਰਾ ਹੋ ਰਿਹਾ, ਤੇ ਪੰਜਾਬ ਇੱਕ ਯੂਨੀਅਨ ਆਫ ਇੰਡੀਆ ਦਾ ਹਿੱਸਾ, ਤੇ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਇਹ ਲੱਗਦਾ ਵੀ ਅਸੀਂ ਫਰਸਟ ਗ੍ਰੇਡ ਸਿਟੀਜ਼ਨ ਹੀ ਨਹੀਂ ਆ, ਸਾਨੂੰ ਤਾਂ ਸੈਕੰਡ ਗ੍ਰੇਡ ਜਾਂ ਥਰਡ ਗ੍ਰੇਡ ਸਿਟੀਜ਼ਨ ਦੀ ਤਰ੍ਹਾਂ ਸਾਡੇ ਨਾਲ ਬਿਹੇਵ ਕਰਦੇ ਆ। ਸੋ ਪੰਜਾਬ ਕਹਿੰਦਾ ਫਿਰ ਸਾਨੂੰ ਅੱਡ ਕਰ ਦਿਓ। ਨਹੀਂ ਪਰ ਵੀ ਸੋ ਇੱਕ ਮਿੰਟ, ਜਦੋਂ ਕਿਉਂਕਿ ਤੁਸੀਂ ਇੱਕ ਯੂਨੀਅਨ ਚ ਕਦੋਂ ਰਹਿੰਦੇ ਹੋ, ਜਦੋਂ ਯੂਨੀਅਨ ਤੁਹਾਨੂੰ ਸਿਕਿਉਰਿਟੀ ਦੇਵੇ, ਪੀਸ ਦੇਵੇ, ਤੇ ਯੂਨੀਅਨ ਇਹ ਤੁਹਾਨੂੰ ਵਿਸ਼ਵਾਸ ਦਿਵਾਵੇ ਵੀ ਤੁਹਾਡੇ ਮਲਟੀਕਲਚਰਲਿਜ਼ਮ ਨੂੰ, ਤੁਹਾਡੀ ਕੌਮੀਅਤ ਨੂੰ, ਵੰਨ ਸਵੰਨਤਾ ਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਾਂਗੇ। ਜਦੋਂ ਔਰ ਅਸੀਂ ਯੂਨੀਅਨ ਨੂੰ ਕੀ ਦੇਣਾ ਹੁੰਦਾ, ਅਸੀਂ ਵਫਾਦਾਰੀ ਦੇਣੀ ਹੁੰਦੀ ਹੈ। ਜਦੋਂ ਉਹਨਾਂ ਨੇ ਉਹ ਪੀਸ, ਸਿਕਿਉਰਿਟੀ, ਸਾਡੀ ਵੰਨ ਸਵੰਨਤਾ ਤੇ ਹਮਲੇ ਕਰਨ ਲੱਗ ਗਏ, ਸਾਡੀ ਕੌਮੀਅਤ ਤੇ ਹਮਲੇ ਕਰਨ ਲੱਗ ਗਏ, ਫਿਰ ਸਾਡੀ ਵਫਾਦਾਰੀ ਕਿੱਥੇ ਰਹਿ ਗਈ ਯੂਨੀਅਨ ਨਾਲ? ਦੇਖੋ ਇਹ ਤਾਂ ਗਿਵ ਐਂਡ ਟੇਕ ਹੈ ਨਾ। ਹੁਣ ਅਸੀਂ ਉੱਥੇ ਅਕਾਲਿਸਤਾਨ ਮੰਗੀਏ, ਖਾਲਿਸਤਾਨ ਮੰਗੀਏ, ਆਜ਼ਾਦ ਪੰਜਾਬ ਮੰਗੀਏ, ਜੇ ਤੁਸੀਂ ਸਾਨੂੰ ਰੱਖੋਗੇ ਹੀ ਨਹੀਂ, ਤੁਸੀਂ ਦੱਸੋ ਕੱਲ ਇਹ ਇਕੱਲਾ ਪੰਜਾਬ ਮੰਗ ਰਿਹਾ, ਇਹ ਤਾਂ ਕਸ਼ਮੀਰ ਤੇ ਕਿੰਨਾ ਜ਼ੁਲਮ ਕਰੀ ਜਾਂਦੇ ਆ। ਹੁਣ ਆਪਾਂ ਕਹਿੰਦੇ ਆਪਾਂ ਖੁੱਲ ਕੇ ਨਹੀਂ ਬੋਲਦੇ, ਬੋਲੀ ਜਾਂਦਾ ਖੁੱਲ ਕੇ, ਕਸ਼ਮੀਰ ਤੇ ਜ਼ੁਲਮ ਕਰੀ ਜਾਂਦੇ ਆ, ਅਗਲੇ ਕਹਿੰਦੇ ਆ ਸਾਨੂੰ ਵੱਖ ਕਰ ਦਿਓ। ਹੁਣ ਆਈ ਨਾਗਾਲੈਂਡ, ਨਾਗਾਸ ਤੇ ਕਰੀ ਜਾਂਦੇ ਆ। ਆਈ ਅੱਜ ਦੇਖਿਓ ਤੁਸੀਂ ਸਾਊਥ ਵਾਲੀਆਂ 7 ਸਟੇਟਸ ਪਹਿਲਾਂ ਹੀ ਕਹਿ ਰਹੀਆਂ ਵੀ ਤੁਸੀਂ ਸਾਡੇ ਤੇ ਇੱਕ ਦੇਸ਼ ਇੱਕ ਭਾਸ਼ਾ ਹਿੰਦੀ ਇੰਪੋਜ਼ ਕਰਦੇ ਹੋ। ਸਾਡੀ ਆਪਦੀਆਂ ਭਾਸ਼ਾ ਯਾਰ, ਹਿੰਦੀ ਵੀ ਉਵੇਂ ਹੀ ਇੱਕ ਖੇਤਰੀ ਭਾਸ਼ਾ, ਜਿਵੇਂ ਤਾਮਿਲ ਆ ਸਾਡੀ, ਜਿਵੇਂ ਬੰਗਲਾ ਸਾਡੀ, ਜਿਵੇਂ ਪੰਜਾਬੀ ਆ ਆਪਣੀ। ਸੋ ਹਿੰਦੀ ਵੀ ਇੱਕ ਖਿੱਤੇ 'ਚ ਹੀ ਬੋਲੀ ਜਾਂਦੀ ਹੈ ਨਾ, ਇੱਕ ਸੈਂਟਰਲ ਇੰਡੀਆ ਦੇ ਖਿੱਤੇ 'ਚ। ਬਿਲਕੁਲ। ਸੋ ਪਰ ਗੱਲ ਇਹ ਆ ਵੀਰ ਜੀ, ਮੁੱਦਾ ਇਹ ਆ ਕਿ ਦੇਖੋ ਜਦੋਂ ਆਪਾਂ ਇਕੱਠੇ ਹੋਵਾਂਗੇ ਫਿਰ ਆਪਾਂ ਕਿਸੇ ਦੇ ਨਾਲ ਨਹੀਂ, ਹੁਣ ਫਿਰ ਇੱਥੇ ਆ ਗਏ ਹਨਾ। ਪਰ ਰਵਨੀਤ ਬਿੱਟੂ ਹੋਰੀ ਤੁਹਾਡੇ ਖਿਲਾਫ ਬੋਲੀ ਜਾਂਦੇ ਨੇ ਜਾਂ ਹੋਰ ਕੋਈ ਉਹਨਾਂ ਖਿਲਾਫ ਬੋਲੀ ਜਾਂਦਾ। ਜੇ ਸਾਡੇ ਘਰ ਦੀ ਲੜਾਈ ਹੀ ਨਹੀਂ ਸੁਲਝੂਗੀ ਤਾਂ ਅਸੀਂ ਦਿੱਲੀ ਨਾਲ ਮੱਥਾ ਕਿਵੇਂ ਲਾ ਲਾਂਗੇ? ਤੁਸੀਂ ਹੁਣ ਮੇਰੀ ਗੱਲ ਦੱਸੋ ਜੀ, ਅੱਜ ਤੱਕ ਮੈਨੂੰ ਕਿਸੇ ਦੇ ਖਿਲਾਫ ਬੋਲਦੇ ਸੁਣਿਆ? ਅੱਜ ਤੱਕ ਮੇਰੇ ਖਿਲਾਫ ਬਹੁਤ ਬੋਲ ਗਏ, ਕਲਾਕਾਰ ਵੀ ਬੋਲ ਗਏ, ਪੋਲੀਟੀਸ਼ੀਅਨਸ ਵੀ ਬੋਲ ਗਏ, ਪਰ ਮੈਂ ਨਹੀਂ ਅੱਜ ਤੱਕ ਕਿਸੇ ਦੇ ਖਿਲਾਫ ਬੋਲਦਾ ਹਨਾ। ਸਾਡਾ ਹੁਣ ਗੱਲ ਆਏ ਆ, ਜਦੋਂ ਤੁਸੀਂ ਇੱਕ ਲੜਾਈ ਲੜਨੀ ਆ ਨਾ, ਇਹ ਗੱਲ ਤੁਹਾਡੀ ਜਮਾਂ ਸਹੀ ਆ, ਇਕੱਠੇ ਹੋ ਕੇ ਲੜੀ ਜਾਣੀ ਚਾਹੀਦੀ ਹੈ ਹਨਾ। ਇੱਕ ਸਿਧਾਂਤ ਤੇ ਇਕੱਠੇ ਹੋਈਦਾ ਹੁੰਦਾ, ਹੁਣ ਇੱਕ ਫਲਸਫੇ ਤੇ ਇਕੱਠੇ ਹੋਈਦਾ ਹੁੰਦਾ। ਫਲਸਫਾ ਗੁਰੂ ਨਾਨਕ ਸਾਹਿਬ ਦਾ ਹਨਾ, ਜਦੋਂ ਉਹਨਾਂ ਨੇ ਜਿਵੇਂ ਜਿਨ੍ਹਾਂ ਚੀਜ਼ਾਂ ਦਾ ਪ੍ਰਚਲਿਤ ਧਾਰਾਵਾਂ ਦਾ ਖੰਡਨ ਕੀਤਾ ਸੀ, ਅਸੀਂ ਉਸ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਤੋਂ, ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਸੇਧ ਲੈਣੀ ਹੈ ਹਨਾ। ਜਦੋਂ ਹੁਣ ਉਸੇ 10 ਜਾਮਿਆਂ ਚ ਆ ਕੇ ਉਹਨਾਂ ਨੇ ਇੱਕ ਗੱਲ ਕੀਤੀ ਵੀ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ, ਠੀਕ ਹੈ। ਆਪਾਂ ਦਰਜਾ ਬਦਰਜੀ, ਊਚ ਨੀਚ ਕਿਸੇ ਪਾਸੇ ਜਾ ਹੀ ਨਹੀਂ ਰਹੇ। ਅਸੀਂ ਤਾਂ ਇਹ ਕਹਿ ਰਹੇ ਹਾਂ ਸਾਡੀ ਕੌਮੀਅਤ, ਪੰਜਾਬ ਦਾ ਅੱਜ ਮਸਲਾ, ਪੰਜਾਬ ਦਾ ਜੇ ਮਸਲਾ, ਤਾਂ ਪੰਜਾਬ ਦੀ ਲੜਾਈ ਜੇ ਜਿੱਤਣੀ ਆ ਤਾਂ ਪੰਜਾਬ 'ਚ ਜਿਹੜੇ ਮਰਜ਼ੀ ਵਰਗ ਬੈਠੇ ਹੋਣ, ਜੱਟ, ਝੌਰ, ਸ਼ਿੰਬੇ, ਨਾਈ, ਸੈਣੀ, ਦਲਿਤ, ਹਿੰਦੂ, ਮੁਸਲਿਮ, ਸਾਡੇ ਸਾਰੇ ਅਣਖੀ ਆ। ਬਿਲਕੁਲ, ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਆ, ਇਹ ਮੈਂ ਮੰਨਦਾ। ਇਸੇ ਕਰਕੇ ਤੁਸੀਂ ਦੇਖੋਗੇ ਮੈਂ ਸਿਧਾਂਤਕ ਤੌਰ ਤੇ ਕਿਸੇ ਦੀ ਗੱਲ ਪਰਸਨੈਲਿਟੀ ਵਾਈਜ਼ ਜਾਂ ਨਾਂ ਲੈ ਕੇ ਨਹੀਂ ਕਰਦਾ ਹੁੰਦਾ, ਮੈਂ ਹਮੇਸ਼ਾ ਸਿਧਾਂਤਾਂ ਦੀ ਗੱਲ ਕਰਦਾ ਵੀ ਜੇ ਅੱਜ ਅਸੀਂ MSP ਦੀ ਲੜਾਈ ਲੜ ਰਹੇ ਹਾਂ ਤਾਂ ਲੜਾਈ MSP ਦੀ ਨਹੀਂ ਆ, ਸਾਡੀ ਲੜਾਈ MSP ਦੇ ਨਾਲ ਨਾਲ ਸਾਡੀ ਸੱਭਿਆਚਾਰਕ, ਸਾਡੀ ਹੋਂਦ ਦੀ ਲੜਾਈ ਆ, ਸਾਡੀ ਕੌਮੀਅਤ ਦੀ ਲੜਾਈ ਆ। ਬਾਈ ਜੀ, ਸ਼ੰਭੂ ਮੋਰਚੇ ਦੇ ਉੱਤੇ ਬੈਠਿਆਂ ਬਹੁਤ ਚਿਰ ਹੋ ਗਿਆ, ਕਦੇ ਮਨ ਦੇ ਵਿੱਚ ਇਹ ਖਿਆਲ ਨਹੀਂ ਉੱਠਿਆ ਵੀ ਜਾ ਕੇ ਮੋਦੀ ਦੇ ਬੰਗਲੇ ਮੂਹਰੇ ਬੈਠੀਏ, ਹੁਣ ਜਾ ਕੇ ਆਪਾਂ ਪਾਰਲੀਮੈਂਟ ਦਾ ਘਰਾਓ ਕਰਨ ਵੱਲ ਵਧੀਏ? ਕਦੇ ਇਦਾਂ ਦਾ ਖਿਆਲ ਆਇਆ ਕਿ ਨਹੀਂ? ਹਾਲੇ ਦੇਖੋ ਇਹ ਸਾਡੀ ਤਾਸੀਰ ਆ, ਇਦੋਂ ਵੀ ਉਤਲੇ ਖਿਆਲ ਆਏ ਆ ਵੀ ਯਾਰ ਜੇ ਗੱਲ ਨਹੀਂ ਬਣਦੀ ਤਾਂ ਕੋਈ ਨਹੀਂ ਫਿਰ ਹਨਾ। ਪਰ ਇੱਕ ਹੋਰ ਗੱਲ ਹੁੰਦੀ ਆ, ਤੁਹਾਨੂੰ ਸਮਾਂ ਵੀ ਦੇਖਣਾ ਪੈਂਦਾ। ਅੱਜ ਲੋਕਾਂ ਨੂੰ ਜੇ ਤੁਸੀਂ ਪਹਿਲਾਂ ਲਾਮਬੰਦ ਕਰਨਾ ਵੱਧ ਤੋਂ ਵੱਧ, ਤੇ ਜਦੋਂ ਵੱਧ ਤੋਂ ਵੱਧ ਲਾਮਬੰਦ ਕਰਨਾ, ਉਹਨਾਂ ਦੀ ਘੱਟ ਤੋਂ ਘੱਟ એનર્ਜੀ ਲੱਗੇ, ਘੱਟ ਤੋਂ ਘੱਟ ਲੋਕਾਂ ਦੀ એનર્ਜੀ ਵੇਸਟ ਹੋਵੇ ਹਨਾ। ਲੋਕਾਂ ਨੂੰ ਇੱਕ ਪੀਸਫੁਲ ਜਿਹੜੀ ਰੈਜ਼ਿਸਟੈਂਸ ਹੋਣੀ ਚਾਹੀਦੀ ਆ, ਔਰ ਪੈਸਿਵ ਰੈਜ਼ਿਸਟੈਂਸ ਹੋਣੀ ਚਾਹੀਦੀ ਆ। ਐਕਟਿਵ ਰੈਜ਼ਿਸਟੈਂਸ ਦਾ ਹਜੇ ਟਾਈਮ ਨਹੀਂ ਆਇਆ, ਜਦੋਂ ਆਊਗਾ ਦੇਖਾਂਗੇ ਆਪਾਂ। ਹਜੇ ਤਾਂ ਜਿਵੇਂ ਆਪਾਂ ਬੈਠੇ ਆ, ਹੋ ਸਕਦਾ ਤੁਹਾਡੇ ਵਿਚਾਰ ਕੁਝ ਹੋਰ ਹੋਣ, ਮੇਰੇ ਕੁਝ ਹੋਰ ਹੋਣ। ਜਦੋਂ ਤੱਕ ਆਪਣਾ ਏਕਾ ਨਹੀਂ ਬਣਦਾ ਉਦੋਂ ਤੱਕ ਐਕਟਿਵ ਰੈਜ਼ਿਸਟੈਂਸ ਦਾ ਟਾਈਮ ਨਹੀਂ ਆ। ਹਜੇ ਤੱਕ ਤਾਂ ਆਪਾਂ ਅੰਦਰੂਨੀ ਲੜਾਈ ਇੱਕ ਹੋਣ ਦੀ ਉਹ ਲੜੀ ਜਾਂਦੇ ਆ। ਸੋ ਪਹਿਲਾਂ ਤਾਂ ਸਾਨੂੰ ਅੰਦਰੂਨੀ ਲੜਾਈ ਇੱਕ ਲੜ ਕੇ ਇੱਕ ਪਲੇਟਫਾਰਮ ਤੇ ਆਉਣਾ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਕਿਹਾ, ਏਕੇ ਤੋਂ ਬਿਨਾਂ ਸਾਡੀ ਜਿੱਤ 1699 ਚ ਪਈ ਆ। ਸਾਡੀ ਜਿੱਤ ਸਰਹੰਦ ਦੀ, ਜਦੋਂ ਸੂਬਾ ਸਰਹੰਦ ਦੇ ਖਿਲਾਫ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਲੜੀ ਸੀ, ਉਹਦੇ ਚ ਪਈ ਆ, ਕਿਉਂਕਿ ਗੁਰੂ ਸਾਹਿਬ ਨੇ ਸਭ ਨੂੰ ਇੱਕ ਕਰਤਾ ਸੀ, ਇੱਕ ਪਲੇਟਫਾਰਮ ਦੇਤਾ ਸੀ। ਜਦੋਂ ਸਰਹੰਦ ਦੀ ਲੜਾਈ ਲੜੀ ਗਈ
ਤਾਂ ਉਦੋਂ ਗੁਰੂ ਕੀ ਫੌਜ ਮਤਲਬ ਉਹਦੇ ਚ ਚੋਰ ਡਾਕੂ ਸਾਧ ਸਭ ਇਕੱਠੇ ਲੜੇ। ਕਿਉਂ? ਸਰਹੰਦ ਨੂੰ ਜਿੱਤਣਾ ਜੀ, ਸੂਬੇ ਨੇ ਜੋ ਜ਼ੁਲਮ ਕੀਤਾ ਉਹਦੇ ਖਿਲਾਫ ਲੜਨਾ, ਅੱਜ ਦਿੱਲੀ ਨੂੰ ਜਿੱਤਣਾ, ਦਿੱਲੀ ਦੇ ਖਿਲਾਫ ਲੜਨਾ, ਸਾਨੂੰ ਇਕੱਠੇ ਤਾਂ ਹੋਣਾ ਪੈਣਾ। ਦੇਖੋ ਇਹ ਗੱਲ ਤਾਂ ਪੱਕੀ ਆ। ਪਰ ਬਾਈ ਜੀ ਇੱਕ ਸਵਾਲ ਹੋਰ ਵੀ ਆ ਬਈ ਤੁਸੀਂ ਦੇਖੋ ਨਿੱਠ ਕੇ ਲੜਾਈ ਲੜਨ ਦੀ ਗੱਲ ਕਰਦੇ ਹੋ, ਇਹ ਵਧੀਆ ਗੱਲ ਹੈ। ਹਾਂਜੀ ਲੜੀ ਜਾਓ ਤੇ ਇਹਦੇ ਨਤੀਜੇ ਸਾਰਥਕ ਨਿਕਲਣ, ਇਹ ਵੀ ਬਹੁਤ ਚੰਗੀ ਗੱਲ ਹੈ। ਬਿਲਕੁਲ ਜੀ। ਪਰ ਕੁਝ ਕੁ ਲੋਕਾਂ ਦਾ ਇਹ ਕਹਿਣਾ ਕਿ ਦੀਪ ਸਿੱਧੂ ਦੀ ਇੱਕ ਰਾਜਨੀਤਿਕ ਮਨਸ਼ਾ, ਹਾਂਜੀ ਉਹ ਰਾਜਨੀਤੀ ਦੇ ਵਿੱਚ ਪੱਕੇ ਪੈਰੀ ਹੋਣ ਦਾ ਚਾਹਵਾਨ ਆ। ਹਾਂਜੀ ਸ਼ਾਇਦ ਆਉਂਦੀਆਂ ਚੋਣਾਂ ਦੇ ਵਿੱਚ ਟਿਕਟ ਦਾ ਚਾਹਵਾਨ ਵੀ ਹੋਵੇ, ਹਾਂਜੀ, ਹਾਂਜੀ। ਸ਼ਾਇਦ ਕਿਸੇ ਦੇ ਇਸ਼ਾਰੇ ਦੇ ਉੱਤੇ ਵੀ ਇਹ ਲੜਾਈ ਲੜ ਰਿਹਾ ਹੋਵੇ। ਹਾਂਜੀ। ਕੋਈ ਹੈ ਰਾਜਨੀਤਿਕ ਉਡਾਰੀ ਭਰਨ ਦੀ ਇੱਛਾ ਜਾਂ ਨਹੀਂ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ। ਪਹਿਲੀ ਗੱਲ ਇੱਥੇ ਮੈਂ ਇਹਦਾ ਜਵਾਬ ਸਿੱਧਾ ਕਰ ਦਿੰਦਾ ਵੀ ਮੈਂ ਇਲੈਕਸ਼ਨ ਨਹੀਂ ਲੜ ਰਿਹਾ। ਠੀਕ ਆ। ਹੁਣ ਜੇ ਮੈਂ ਇਲੈਕਸ਼ਨ ਲੜਨੀ ਹੁੰਦੀ ਤਾਂ ਮੇਰੇ ਕੋਲੇ ਤਾਂ ਬਹੁਤ ਵੱਡਾ ਪਲੇਟਫਾਰਮ ਸੀ, ਨੈਸ਼ਨਲ ਲੈਵਲ ਦਾ ਪਲੇਟਫਾਰਮ ਸੀ, ਜਿਹੜੇ ਹੋ ਸਕਦਾ ਮੈਨੂੰ MLA ਤੋਂ ਗਾਂ MP ਦੀ ਇਲੈਕਸ਼ਨ ਵੀ ਲੜਾ ਜਾਂਦੇ, ਕਿਉਂਕਿ ਬੰਦੇ ਨੂੰ ਬੋਲਣਾ ਆਉਂਦਾ ਹੋਵੇ, ਬੰਦੇ ਦੀ ਮਕਬੂਲੀਅਤ ਹੋਵੇ, ਲੋਕਾਂ 'ਚ ਜਾਣ ਪਛਾਣ ਹੋਵੇ, ਹਨਾ। ਤੇ ਇਹ ਦੋ ਚਾਰ ਗੱਲਾਂ ਹੀ ਹੁੰਦੀਆਂ ਪੋਲੀਟੀਕਲੀ, ਤੁਸੀਂ ਥੋੜੇ ਜਿਹਾ ਅਵੇਅਰ ਹੋ, ਥੋੜਾ ਜਿਹਾ ਇੰਟੈਲੈਕਟ ਹੋਵੇ ਤੁਹਾਡੇ 'ਚ, ਤੇ ਤੁਹਾਡਾ ਬੈਕਗ੍ਰਾਉਂਡ ਕੀ ਆ ਉਹ ਵੀ ਆਪਣਾ, ਕੋਈ ਇਹ ਨਹੀਂ ਵੀ ਆਪਾਂ ਕੋਈ ਚੋਰ ਡਾਕੂ ਸਾਧ ਰਹੇ ਆ, ਇੱਕ ਆਮ ਇਨਸਾਨ ਦੀ ਤਰ੍ਹਾਂ ਵਿਚ ਰਹੇ ਆ, ਉਹਦੇ 'ਚ ਕੋਈ ਠੱਗੀ ਠੋਰੀ ਵੀ ਨਹੀਂ ਆ। ਸੋ ਇਹਦਾ ਮਤਲਬ ਉਹ ਢੁਕਵੇਂ ਜਿਹੜੇ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਰਾਜਨੀਤੀ ਵਾਸਤੇ ਜ਼ਰੂਰੀ ਆ ਉਹ ਮੇਰੇ ਕੋਲੇ ਸੀਗੀਆਂ। ਮੈਂ ਸੜਕ ਤੇ ਮੋਰਚਾ, ਪੱਕਾ ਮੋਰਚਾ ਲਾ ਕੇ ਕਿਉਂ ਬੈਠਣਾ ਸੀ? ਔਰ ਜ਼ਿੰਦਗੀ ਕਿਹੜੀ ਜਿਉਂ ਰਿਹਾ ਮੈਂ, ਇਹ ਵੀ ਦੇਖੋ, ਕਿਹੜੀ ਜ਼ਿੰਦਗੀ ਛੱਡ ਕੇ ਆਇਆ, ਅੱਜ ਕਿਹੜੀ ਜ਼ਿੰਦਗੀ ਜਿਉਂ ਚੋਣ ਨਹੀਂ ਲੜੋਗੇ, ਹਨਾ। ਸੋ ਚੋਣਾਂ ਨਹੀਂ ਲੜਨ ਮੈਂ ਆਇਆ। ਰਾਜਨੀਤੀ ਇੱਕ ਪਲੇਟਫਾਰਮ ਜੇ ਮੈਂ ਆਪਦਾ ਚਾਹੁੰਦਾ ਤਾਂ ਰਾਜਨੀਤੀ ਪਲੇਟਫਾਰਮ ਤਾਂ ਮੈਨੂੰ ਸਾਡਾ, ਚਾਹੇ ਇੱਥੋਂ ਦੀ ਖੇਤਰੀ ਸਾਡੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਜਾਂ BJP, ਮੈਂ ਕਿਤੋਂ ਵੀ ਆਪਦੇ ਆਪ ਨੂੰ ਖੜਾ ਕਰ ਸਕਦਾ ਸੀ। ਔਰ ਪੈਰਾਸ਼ੂਟ ਰਾਹੀਂ ਆਉਂਦਾ, ਲੜ ਕੇ ਚੋਣਾਂ ਜਿੱਤ ਕੇ ਵੀ ਜਾਂਦਾ, ਹਨਾ। ਐਡਾ ਕਮਾਨ ਮੈਨੂੰ ਆਪਦੇ ਬਠਿੰਡੇ ਵਾਲੇ ਪਾਸੇ, ਸਾਨੂੰ ਮੁਕਤਸਰ ਵਾਲੇ ਪਾਸੇ ਜਾਂ ਮਾਨਸਾ ਵਾਲੇ ਪਾਸੇ ਹੈਗਾ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਇੱਕ ਮਾਣ ਹੁੰਦਾ ਨਾ ਬੰਦੇ ਨੂੰ, ਵੈਸੇ ਤਾਂ ਸਾਰੇ ਪੰਜਾਬ ਤੇ ਹੀ ਆ, ਪਰ ਗੱਲ ਅੱਜ ਦੀਪ ਸਿੱਧੂ ਦੀ ਰਾਜਨੀਤਿਕ ਪਲੇਟਫਾਰਮ ਦੀ ਨਹੀਂ ਆ। ਮੈਂ ਚੋਣਾਂ ਲੜਨ ਨਹੀਂ ਆਇਆ, ਔਰ ਚੋਣਾਂ ਲੜ ਕੇ ਵੀ ਮੈਂ ਕੀ ਕਰ ਲੂੰਗਾ? ਮੈਂ ਤਾਂ ਸੰਘਰਸ਼ ਲੜਨ ਆਇਆ ਪੰਜਾਬ ਖਾਤਰ, ਪੰਜਾਬ ਦੇ ਲੋਕਾਂ ਖਾਤਰ, ਸਾਡੀ ਧਰਤੀ ਖਾਤਰ, ਮਾੜੀ ਮੋਟੀ ਆਪਦੀ ਵਫਾਦਾਰੀ ਨਿਭਾਉਣਾ ਹੈ ਤੇ ਉਨੀ ਕੁ ਸੇਵਾ ਕਰਨਾ ਹੈ ਜਿੰਨੀ ਗੁਰੂ ਸਾਹਿਬ ਲੈ ਲੈਣਗੇ। ਕੀ ਤੁਹਾਨੂੰ ਕਿਸੇ ਪਾਰਟੀ ਨੇ ਹੁਣ ਤਾਈਂ ਸੰਪਰਕ ਕੀਤਾ ਹੈ ਵੀ ਤੁਸੀਂ ਚੁੱਪ ਹੋ ਜਾਓ, ਅਸੀਂ ਤੁਹਾਨੂੰ ਟਿਕਟ ਦਿੰਨੇ ਆ, ਜਾਂ ਸਾਡੀ ਪਾਰਟੀ 'ਚ ਆ ਕੇ ਸ਼ਾਮਲ ਹੋ ਜਾਓ? ਨਹੀਂ ਜੀ, ਮੈਂ ਕਿਸੇ ਪਾਰਟੀ 'ਚ ਸ਼ਾਮਲ ਨਹੀਂ। ਫੋਨ ਆਇਆ ਕਿ ਨਹੀਂ, ਸੰਪਰਕ ਨਹੀਂ ਕੀਤਾ, ਉਹ ਕਰਨਗੇ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੇ ਰਾਹ ਤੇ ਤੁਰ ਪਿਆ, ਔਰ ਜਿਹੜੀਆਂ ਗੱਲਾਂ ਮੈਂ ਕਹਿਣਾ, ਨਾ BJP, ਨਾ ਕਾਂਗਰਸ, ਨਾ ਆਮ ਆਦਮੀ ਪਾਰਟੀ, ਇਹ ਤਿੰਨੇ ਹੀ ਆ ਨਾ ਪੰਜਾਬ 'ਚ ਇਸ ਟਾਈਮ ਤਾਂ, ਤੇ ਅਕਾਲੀ ਦਲ, ਜਿਹੜੀਆਂ ਪਾਰਟੀਆਂ ਦਾ ਸੰਚਾਲਨ ਦਿੱਲੀ ਤੋਂ ਹੋਊਗਾ, ਉਹਨਾਂ ਦਾ ਕੋਈ ਲੈਣਾ ਦੇਣਾ ਦਿੱਲੀ ਨਾਲ ਆ। ਦੀਪ ਸਿੱਧੂ ਉਹਨਾਂ ਨਾਲ ਕਦੇ ਨਹੀਂ ਬੈਠੂਗਾ। ਕੀ ਤੁਹਾਨੂੰ ਕੋਈ ਵੀ ਨੇਤਾ, ਕਿਉਂਕਿ ਇਸ ਵੇਲੇ ਬਹੁਤਿਆਂ ਨੇ ਟਰੈਕਟਰ ਰੈਲੀਆਂ ਵੀ ਕੀਤੀਆਂ, ਕਈਆਂ ਨੇ ਕਿਹਾ ਵੀ ਅਸੀਂ ਤੋੜ ਵਿਛੋੜਾ ਵੀ ਕਰ ਲਿਆ BJP ਵਾਲਿਆਂ ਨਾਲੋਂ, ਕੋਈ ਦਾਅਵੇ ਕਰੀ ਜਾਂਦਾ, ਕੋਈ ਦਾਅਵੇ ਕਰੀ ਜਾਂਦਾ, ਕੋਈ ਕਹਿੰਦਾ ਮੇਰੇ ਮੁੰਡੇ ਨੂੰ ED ਦਾ ਜਿਹੜਾ ਸੰਮਣ ਆ ਉਹ ਤਾਂ ਆਉਂਦਾ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਕਾਨੂੰਨਾਂ ਖਿਲਾਫ ਬਿੱਲ ਪਾਸ ਕੀਤੇ ਆ। ਕੀ ਤੁਹਾਨੂੰ ਅਸਲ 'ਚ ਇਹਨਾਂ 'ਚੋਂ ਕੋਈ ਵੀ ਪੰਜਾਬ ਹਿਤੈਸ਼ੀ ਜਾਂ ਕਿਸਾਨੀ ਦੇ ਹਿਤੈਸ਼ੀ ਲੱਗਦੇ ਨੇ? ਨਹੀਂ। ਕੀ ਮੰਨਦੇ ਹੋ ਕੋਈ ਲੀਡਰ ਐਸਾ ਪੰਜਾਬ ਦਾ ਹੈਗਾ ਜਿਹੜਾ ਵਾਕਈ ਇਹਨਾਂ ਲੋਕਾਂ ਬਾਰੇ ਸੋਚ ਕੇ ਦਿੱਲੀ ਤਾਈਂ ਜਾਊਗਾ, ਜਾਂ ਦਿੱਲੀ ਵਾਲਿਆਂ ਨੂੰ ਥੋੜਾ ਜਿਹਾ ਕਹਿ ਲਓ ਝੰਜੋੜੇਗਾ ਵੀ ਤੁਸੀਂ ਕੀ ਕਰੀ ਜਾਂਦੇ ਹੋ? ਥੋੜਾ ਜਿਹਾ ਕੋਈ ਦੇਖੋ ਤੁਸੀਂ ਅੱਜ ਤੱਕ ਜਿਹੜਾ ਪੰਜਾਬ ਹਿਤੈਸ਼ੀ ਜੇ ਕੋਈ ਲੀਡਰ ਹੁੰਦਾ, ਸਾਡੇ ਨਾਲ ਧਰਨਿਆਂ ਮੋਰਚਿਆਂ 'ਚ ਬੈਠੇ ਹੋਣੇ ਸੀ। ਸੰਘਰਸ਼ ਦੀ ਜਿਹੜੀ ਇਹ ਪੋਲਿਟਿਕਸ ਆ ਉਹਨਾਂ ਨੇ ਕਰਨੀ ਚਾਹੀਦੀ ਸੀ, ਆਪਦਾ ਪਾਰਟੀ ਦੇ ਏਜੰਡੇ ਛੱਡ ਕੇ, ਆਪਦੇ ਝੰਡੇ ਛੱਡ ਕੇ, ਵੀ ਨਹੀਂ ਜੀ ਪੰਜਾਬ ਤੇ ਸੰਕਟ ਆਇਆ, ਤੁਸੀਂ ਲੋਕੋ, ਸਾਡੇ ਲੋਕ ਜਿਨ੍ਹਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ, ਸਾਨੂੰ ਇੰਡੀਆ ਹੈਸੀਅਤ ਦਿੱਤੀ ਆ, ਅਸੀਂ ਤੁਹਾਡੇ ਨਾਲ ਬੈਠੇ ਆ, ਕੋਈ ਨਹੀਂ ਦਿਨ ਰਾਤ ਬੈਠੇ ਆ। ਕੋਈ ਆਇਆ ਫਿਰ ਮੈਨੂੰ ਕਿਵੇਂ ਲੱਗੇ? ਅੱਜ ਤੱਕ ਕੋਈ ਸ਼ਖਸੀਅਤ ਆਈ? ਸੋ ਇਸ ਕਰਕੇ ਇਹ ਤਾਂ ਵੋਟਾਂ ਦੀ ਰਾਜਨੀਤੀ ਕਰਦੇ ਆ, ਨਿੱਜ ਦੀ ਰਾਜਨੀਤੀ। ਆਸ ਕੀ ਕਰਦੇ ਹੋ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਜਾਂ ਤੁਸੀਂ ਇਸ ਵਕਤ ਰਾਹ ਦੇ ਉੱਤੇ ਤੁਰੇ ਹੋਏ ਹੋ, ਇਹਦਾ ਸਿੱਟਾ ਕੀ ਨਿਕਲ ਸਕਦਾ ਤੁਹਾਡੇ ਖਿਆਲ ਦੇ ਮੁਤਾਬਕ, ਜੇਕਰ ਅਸੀਂ ਛੇਤੀ ਸਿੱਟਾ ਮੰਨਦੇ ਹੋਈਏ ਵੀ ਸਾਨੂੰ 2 ਮਹੀਨੇ ਲਗਭਗ ਹੋ ਗਏ ਆ, ਤੇ ਕਿੰਨੀ ਕੁ ਦੇਰ ਤੱਕ ਕੋਈ ਨਾ ਕੋਈ ਸਿੱਟਾ ਸਾਹਮਣੇ ਆ ਸਕਦਾ? ਦੇਖੋ, ਕੇਂਦਰ ਸਰਕਾਰ ਹੰਕਾਰ ਵੀ ਆ ਉਹਨਾਂ 'ਚ ਤੇ ਜ਼ਿੱਦ ਵੀ ਆ। ਅਸੀਂ ਜੇ ਕਹੀਏ ਵੀ ਬਹੁਤ ਛੇਤੀ ਸਾਨੂੰ ਕੋਈ ਸਿੱਟਾ ਮਿਲ ਜਾਊਗਾ, ਇਹ ਲੜਾਈ ਲੰਬੀ ਆ, ਇਹ ਤਾਂ ਮੰਨ ਲਈਏ ਆਪਾਂ ਹੁਣ। ਔਰ ਲੜਾਈ ਆ ਗਈ ਆ ਖੁਦ ਮੁਖਤਿਆਰੀ ਤੇ। ਖੁਦ ਮੁਖਤਿਆਰੀ ਜੇ ਸਾਡੇ ਕੋਲੇ ਸਾਡੇ ਫੈਸਲੇ ਲੈਣ ਦੇ ਹੱਕ ਨਹੀਂ ਆ, ਜੇ ਕਿਸਾਨੀ ਦੀ ਗੱਲ ਕਰੋ ਤਾਂ ਸਾਡੀਆਂ ਫਸਲਾਂ ਦੇ ਭਾਅ ਤੈਅ ਕਰਨ ਦੇ ਹੱਕ ਸਾਡੇ ਕੋਲੇ ਨਹੀਂ ਆ। ਕਦੇ ਖਰੀਦਣ ਵਾਲਾ ਬੰਦਾ ਵੀ ਵੇਚਣ ਵਾਲੇ ਦੀ ਫਸਲ ਤੈਅ ਕਰਦਾ ਹੁੰਦਾ ਰੇਟ ਉਹਦੇ,
ਖਰੀਦ ਦੀ ਸਰਕਾਰ ਆ, ਸਰਕਾਰ ਹੀ ਤੈਅ ਕਰਦੀ ਆ। ਔਰ ਸਾਨੂੰ ਬਿਜਲੀ, ਪਾਣੀ, ਰੇਹ, ਮਸ਼ੀਨਾਂ, ਲੇਬਰ ਵੀ ਸਰਕਾਰ ਹੀ ਦਿੰਦੀ ਆ ਜੀ। ਉਹ ਵੀ ਰੇਟ ਉਹ ਤੈਅ ਕਰਦੇ ਆ ਤੇ ਅਸੀਂ ਜੋ ਪੈਦਾ ਕਰਕੇ ਵੇਚਦੇ ਆ ਉਹ ਵੀ ਰੇਟ ਉਹ ਤੈਅ ਕਰਦੇ ਆ। ਫਿਰ ਲਾਹੇਵੰਦ ਕਿੱਥੋਂ ਹੋਊਗਾ? ਸੋ ਇਹਦਾ ਮਤਲਬ ਅਸੀਂ ਇਹ ਫਿਰ ਤਾਂ ਖੁਦਕੁਸ਼ੀਆਂ ਤੇ ਕਰਜ਼ੇ ਹੀ ਚੜ੍ਹਨੇ ਆ ਬਾਈ ਆਪਣੇ ਤੇ। ਔਰ ਗੱਲਾਂ ਜਦੋਂ ਆਪਾਂ ਖੁਦਕੁਸ਼ੀ ਦੀ ਕਰਦੇ ਆ, ਇੱਕ ਲਫ਼ਜ਼ ਨਹੀਂ ਆ ਇਹ, ਇੱਕ ਪੂਰਾ ਲਾਈਫ ਸਟਾਈਲ ਆ ਇਹਦੇ ਪਿੱਛੇ। ਉਹ ਕਿੰਨੇ ਤਣਾਅ ਚੋਂ ਗੁਜ਼ਰਦੇ ਹੋਣਗੇ, ਜਾਂ ਪੂਰਾ ਪਰਿਵਾਰ ਕਿੰਨੇ ਤਣਾਅ ਚ ਹੁੰਦਾ ਹੋਊਗਾ ਜਦੋਂ ਬੰਦਾ ਏਡਾ ਵੱਡਾ ਸਟੈਪ ਲੈ ਜਾਂਦਾ ਵੀ ਮੈਂ ਫਾਹਾ ਲੈ ਲੈਣਾ। ਤਾਲਾਬੰਦੀ ਦਾ ਦੌਰ ਆ ਜਿਹੜਾ, ਹਾਂਜੀ, ਇਹਨੇ ਬਹੁਤ ਕੁਝ ਬਦਲਤਾ, ਬੜੇ ਲੋਕਾਂ ਨੂੰ ਵਿਹਲੇ ਕਰਤਾ। ਹਾਂਜੀ, ਤੇ ਭਾਰਤ ਵਰਗੇ ਦੇਸ਼ ਦੇ ਵਿੱਚ ਹੋਰ ਵੀ ਇਹਦੇ ਨੁਕਸਾਨ ਸਾਹਮਣੇ ਆਉਣਗੇ ਤੇ ਆ ਵੀ ਰਹੇ ਆ। ਹਾਂਜੀ। ਤੁਸੀਂ ਮੰਨਦੇ ਹੋ ਵੀ ਜਿਹੜਾ ਕਲਾਕਾਰ ਭਾਈਚਾਰਾ ਜਾਂ ਜਿਹੜਾ ਵੀ ਫਿਲਮੀ ਖੇਤਰ ਨਾਲ ਜੁੜਿਆ ਵਰਗ ਆ, ਉਹ ਵੱਧ ਇਸ ਕਰਕੇ ਇਹਨਾਂ ਧਰਨਿਆਂ ਦੇ ਵਿੱਚ ਆਇਆ ਕਿਉਂਕਿ ਪ੍ਰੋਗਰਾਮ ਕੋਈ ਨਹੀਂ ਸੀ, ਫਿਲਮਾਂ ਦੀਆਂ ਸ਼ੂਟਿੰਗਾਂ ਬੰਦ ਸੀ, ਹਾਂਜੀ, ਸਾਰੇ ਕੰਮਕਾਜ ਠੱਪ ਸੀ, ਇਸ ਕਰਕੇ ਸ਼ਾਇਦ ਆਇਆ ਹੋਵੇ? ਨਹੀਂ, ਜਿਹੜਾ ਕਲਾਕਾਰ ਆਇਆ, ਗਾਇਕ ਆਇਆ, ਸਮਾਜ ਸੇਵੀ ਆਇਆ, ਉਹ ਦਿਲੋਂ ਆਇਆ। ਜੇ ਅੱਜ ਤੁਹਾਡੇ ਨਾਲ ਖੜਾ ਨਾ ਇੱਕ ਪਾਸੇ, ਉਹ ਦਿਲੋਂ ਖੜਾ ਬਾਈ, ਇਹ ਗੱਲ ਤੁਸੀਂ ਮੰਨ ਲਓ। ਕੋਈ ਆਪਦੇ ਇਸ ਖਾਤਰ ਨਹੀਂ ਆਇਆ ਵੀ ਮੈਨੂੰ ਕੋਈ ਇਹਦਾ ਲਾਭ ਹੋ ਜਾਊਗਾ। ਬਹੁਤ ਹੋਰ ਤਰੀਕੇ ਆ। ਮੇਰੀ ਫਿਲਮ ਹੁਣ ਸ਼ੂਟਿੰਗ ਸਟਾਰਟ ਹੋਣੀ ਸੀ, ਆਪਾਂ ਅਨਾਉਂਸ ਕਰਨੀ ਸੀ, ਛੱਡੀ ਬੈਠੇ ਆ। ਹੋਰ ਬਹੁਤ ਬੰਦੇ ਆਈ ਬਹੁਤ ਕੁਝ ਛੱਡੀ ਬੈਠੇ ਹੋਣੇ ਆ, ਹਨਾ। ਸੋ ਸਾਨੂੰ ਟਰਸਟ ਕਰਨਾ ਪਊਗਾ ਆਪਦੇ ਬੰਦਿਆਂ ਤੇ, ਬਹੁਤ ਜ਼ਰੂਰੀ ਆ। ਐਵੇਂ ਲੱਤਾਂ ਖਿੱਚਣ ਨੂੰ, ਤੌਮਤਾਂ ਲਾਉਣ ਨੂੰ ਜਿਵੇਂ ਮਰਜ਼ੀ ਲਾਈ ਜਾਈਏ, ਪਰ ਟਰਸਟ ਕਰੋ ਉਹਨਾਂ ਤੇ। ਉਹ ਐਡੇ ਹਿਸਾਬੀ ਕਿਤਾਬੀ ਨਹੀਂ ਆ। ਇਹ ਤਾਂ ਉਹੀ ਗੱਲ ਆ ਵੀ ਤੁਸੀਂ ਹੱਟ ਤੇ ਬੈਠੇ ਹੋ ਲਾਲਾ ਜੀ ਤੇ ਅਸੀਂ ਵੱਟ ਤੇ ਬੈਠੇ ਆ। ਅੱਜ ਆਪਾਂ ਵੱਟ ਤੇ ਹੀ ਬੈਠੇ ਆ, ਅਸਲ ਰੂਪ 'ਚ ਹੀ ਬੈਠੇ ਆ। ਪਰ ਜਦੋਂ ਜ਼ਿੰਦਗੀ ਦੁਬਾਰਾ ਲੀਹ ਦੇ ਉੱਪਰ ਆ ਗਈ, ਜਦੋਂ ਦੁਬਾਰਾ ਸ਼ੂਟਿੰਗਾਂ ਸ਼ੁਰੂ ਹੋ ਗਈਆਂ, ਪ੍ਰੋਗਰਾਮ ਲੱਗਣ ਲੱਗ ਗਏ, ਕਿ ਉਦੋਂ ਜੇ ਪੰਜਾਬ ਦੇ ਕਿਸਾਨ ਨੂੰ ਜਾਂ ਆਮ ਬੰਦੇ ਨੂੰ ਕਲਾਕਾਰ ਭਾਈਚਾਰੇ ਦੀ ਲੋੜ ਪਏਗੀ ਤਾਂ ਕੀ ਇਹ ਭਾਈਚਾਰਾ ਉਦੋਂ ਵੀ ਨਾਲ ਖੜੇਗਾ? ਬਿਲਕੁਲ। ਦੇਖੋ ਅੱਜ ਹੁਣ ਸ਼ੂਟਿੰਗਾਂ ਸ਼ੁਰੂ ਹੋ ਗਈਆਂ ਜੀ, ਹੁਣ ਗਾਣਿਆਂ ਦੀਆਂ ਵੀ, ਫਿਲਮਾਂ ਦੀਆਂ ਵੀ, ਸਭ ਕੁਝ ਹੋਈ ਜਾਂਦਾ, ਹਨਾ। ਥੀਏਟਰ ਵੀ ਖੁੱਲ ਗਏ, ਪਰ ਅਸੀਂ ਬੈਠੇ ਆ ਨਾ। ਜਿਹੜੇ ਅੱਜ ਬੈਠੇ ਆ ਉਹ ਨਾਲ ਆ। ਹੁਣ ਤੁਸੀਂ ਇਹ ਪਛਾਣ ਲਓ ਕਿਹੜੇ ਕਿਹੜੇ ਬੈਠੇ ਆ। ਸੋ ਇਸ ਕਰਕੇ ਉਹਨਾਂ ਤੇ ਸਵਾਲ ਨਹੀਂ ਉਠਾਉਣੇ ਚਾਹੀਦੇ। ਮੈਨੂੰ ਲੱਗਦਾ ਉਹਨਾਂ ਨੂੰ ਹੱਲਾਸ਼ੇਰੀ ਤੇ ਹੌਸਲਾ ਅਫਜ਼ਾਈ ਉਹਨਾਂ ਦੀ ਕਰਨੀ ਚਾਹੀਦੀ ਆ। ਬਾਈ ਜੀ, ਇਹ ਸਾਰੀ ਜਿਹੜੀ ਗੱਲਬਾਤ ਆ ਉਹਦੇ ਵਿੱਚੋਂ ਸਿੱਟਾ ਤਾਂ ਅਸੀਂ ਤਾਂ ਇਹ ਕੱਢਦੇ ਆ ਬਈ ਜਿਸ ਤਰੀਕੇ ਦੇ ਨਾਲ ਕੇਂਦਰ ਦਾ ਨਜ਼ਰੀਆ ਪੰਜਾਬ ਦੇ ਪ੍ਰਤੀ ਜਾਂ ਨਜ਼ਰਾਂ ਪੰਜਾਬ ਦੇ ਪ੍ਰਤੀ, ਉਹ ਕੋਈ ਬਹੁਤੀਆਂ ਸੁਲੱਖਣੀਆਂ ਹੈ ਨਹੀਂ। ਹਾਂਜੀ। ਤੇ ਅਸੀਂ ਇਹ ਚਾਹੁੰਦੇ ਆ ਜੀ ਕਿ ਦੂਰੀਆਂ ਖਤਮ ਹੋਣ, ਕਿਸਾਨ ਜਥੇਬੰਦੀਆਂ ਵਿਚਲੀਆਂ ਵੀ ਤੇ ਕਲਾਕਾਰ ਭਾਈਚਾਰੇ ਵਿਚਲੀਆਂ ਵੀ, ਤੇ ਨਤੀਜਾ ਜਿਹੜਾ ਉਹ ਚੰਗਾ ਨਿਕਲੇ ਤੇ ਉਹ ਪੰਜਾਬ ਪੱਖੀ ਹੋਵੇ ਤੇ ਪੰਜਾਬ ਹੱਸਦਾ ਵਸਦਾ ਰਵੇ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਫਸਲਾਂ ਲਹਿਲਹਾਉਂਦੀਆਂ ਰਹਿਣ, ਪੰਜਾਬ ਦੇ ਕਿਸਾਨ ਬਚੇ ਰਹਿਣ। ਕਿਉਂਕਿ ਜੇਕਰ ਪੰਜਾਬ ਦੀ ਕਿਸਾਨੀ ਨਾ ਬਚੀ ਤਾਂ ਬਚਣਾ ਕਿਸੇ ਨੇ ਵੀ ਨਹੀਂ, ਨਾ ਕਲਾਕਾਰਾਂ ਨੇ, ਨਾ ਪੱਤਰਕਾਰਾਂ ਨੇ, ਨਾ ਲੀਡਰਾਂ ਨੇ, ਨਾ ਕਿਸੇ ਨੇ ਵੀ ਨਹੀਂ ਬਚਣਾ। ਸੋ ਅਸੀਂ ਚਾਹੁੰਦੇ ਹਾਂ ਜੀ ਕਿ ਤੁਸੀਂ ਨੱਠ ਕੇ ਕੰਮ ਕਰਦੇ ਰਹੋ ਤੇ ਜਿਹੜੇ ਵੀ ਗਾਹੇ ਬਗਾਹੇ ਤੁਹਾਡੇ ਉੱਤੇ ਦੋਸ਼ ਲੱਗਦੇ ਤੇ ਉਹਨਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ। ਨਹੀਂ ਬਾਈ ਜੀ, ਦੇਖੋ ਦੋਸ਼ ਆਏ ਹੁੰਦੇ ਆ, ਇਹ ਗੱਲ ਹੀ ਕਹਿਣੀ ਹੁੰਦੀ ਆ ਤੇ ਹਿਊਮਨ ਸਾਈਕੀ ਆ। ਦੇਖੋ ਸਾਈਕੋਲੋਜੀ ਨੂੰ ਮੈਂ ਪੜ੍ਹਿਆ, ਹਨਾ। ਹਿਊਮਨ ਸਾਈਕੀ ਹਮੇਸ਼ਾ ਹੀ ਨੈਗੇਟਿਵਿਟੀ ਨੂੰ ਪਹਿਲਾਂ ਚੱਕੂਗੀ ਔਰ ਮਾਈਂਡ ਪ੍ਰੈਜੁਡਿਸ ਹੋ ਜਾਂਦੇ ਆ। ਇਹ ਤਾਂ ਸਮਾਂ ਹੀ ਦੱਸਦਾ ਹੁੰਦਾ, ਔਰ ਸਮਾਂ ਬੜਾ ਬਲਵਾਨ ਆ। ਸਮੇਂ ਨੇ ਸਭ ਦੱਸ ਦੇਣਾ ਵੀ ਮੈਂ ਸਹੀ ਆ, ਉਹ ਦੋਸ਼ ਸਹੀ ਸੀ, ਜਾਂ ਕਿੱਥੇ ਕੁ ਖੜੇ ਆ ਆਪਾਂ। ਸੋ ਬਾਲੀਆਂ ਸਫਾਈਆਂ ਨਹੀਂ ਦਿੱਤੀਆਂ ਜਾ ਸਕਦੀਆਂ ਹੁੰਦੀਆਂ, ਹਨਾ। ਵਾਰੀ ਵਾਰੀ ਇਹੀ ਇੱਕੋ ਹੀ ਗੱਲ ਕਰੀ ਜਾਣੀ। ਸੋ ਆਈ ਥਿੰਕ ਕੋਈ ਨਹੀਂ, ਇੱਥੇ ਹੀ ਬੈਠੇ ਆ, ਪੰਜਾਬ 'ਚ ਹੀ ਆ, ਇੱਥੇ ਹੀ ਰਹਿ ਰਹੇ ਆ। ਸਮਾਂ ਦੱਸ ਜੂਗਾ ਕਿੱਧਰ ਨੂੰ ਆਪਾਂ ਜਾਂਦੇ ਆ। ਸੋ ਮੇਰੇ ਖਿਆਲ 'ਚ ਕੁਝ ਗੱਲਾਂ ਸਮੇਂ ਤੇ ਛੱਡ ਦੇਣੀਆਂ ਚਾਹੀਦੀਆਂ। ਬਿਲਕੁਲ ਸਹੀ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ। ਤੁਹਾਨੂੰ ਚਾਹੀਦਾ ਵਿਚਾਰ ਚਾ ਕੇ ਕਿਵੇਂ ਦਾ ਲੱਗਿਆ ਇਹ ਜ਼ਰੂਰ ਦੱਸੋ। ਮੈਨੂੰ ਵਧੀਆ ਲੱਗਿਆ ਜੀ, ਤੁਹਾਨੂੰ ਦੋਵਾਂ ਨੂੰ ਮਿਲ ਕੇ। ਤੁਸੀਂ ਬੜੇ ਹਸਮੁਖ ਵੀ ਹੋ ਤੇ ਜ਼ਿੰਦਾ ਦਿਲ ਹੋ ਤੇ ਗੱਲਾਂ ਵੀ ਵਧੀਆ ਹੋਈਆਂ। ਸੋ ਇੱਕ ਵਾਈਬਸ ਵੀ ਹੁੰਦੀਆਂ, ਹਨਾ। ਸੋ ਆਈ ਰੀਲੀ ਇੰਜੋਏ ਇਟ। ਜੀ, ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਸਮਾਂ ਕੱਢਣ ਦੇ ਲਈ। ਦਿਲੀ ਮਿਹਰਬਾਨੀ ਜੀ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਤੇ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ, ਜਾਣਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਨੈਸ਼ਨਲ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।